हाँ जी दोस्तों, स्वागत है ਤੁਹਾਡਾ ਸਾਰਿਆਂ ਦਾ ਸਟੱਡੀ ਫਾਈਟਰਸ ਦੇ ਵਿੱਚ। ਅੱਜ ਅਸੀਂ ਸਟਾਰਟ ਕਰਨ ਜਾ ਰਹੇ ਹਾਂ ਜੀ ਪੰਜਾਬੀ ਪੈਡਾਗੋਜੀ ਦੀ ਸੈਕੰਡ ਕਲਾਸ। ਇਸ ਕਲਾਸ ਦੇ ਵਿੱਚ ਅੱਜ ਅਸੀਂ ਰੀਡਿੰਗ ਸਕਿੱਲ ਤੇ ਰਾਈਟਿੰਗ ਸਕਿੱਲ ਨੂੰ ਡਿਟੇਲ ਦੇ ਵਿੱਚ ਸਮਝਾਂਗੇ। ਇਸ ਤੋਂ ਪਹਿਲਾਂ ਵਾਲੀ ਕਲਾਸ ਦੇ ਵਿੱਚ ਅਸੀਂ ਲਿਸਨਿੰਗ ਸਕਿੱਲ ਅਤੇ ਸਪੀਕਿੰਗ ਸਕਿੱਲ ਇਹਨਾਂ ਦੇ ਉੱਤੇ ਇੱਕ ਕਲਾਸ ਬਣਾ ਚੁੱਕੇ ਹਾਂ, ਜਿਸ ਦੇ ਵਿੱਚ ਪੂਰੀ ਡਿਟੇਲ ਦੇ ਵਿੱਚ ਡਿਸਕਸ਼ਨ ਕੀਤੀ ਸੀ। ਅੱਜ ਦੀ ਕਲਾਸ ਵਿੱਚ ਅਸੀਂ ਥਰਡ ਸਕਿੱਲ ਰੀਡਿੰਗ ਸਕਿੱਲ ਤੋਂ ਸਟਾਰਟ ਕਰਾਂਗੇ। ਇਸ ਤੋਂ ਪਹਿਲਾਂ ਅਸੀਂ 1-2 ਮਿੰਟ ਦੇ ਵਿੱਚ ਥੋੜ੍ਹਾ ਜਿਹਾ ਪਹਿਲਾਂ ਵਾਲੇ ਨੂੰ ਰਿਵਾਈਜ਼ ਕਰ ਲੈਂਦੇ ਹਾਂ। ਜਿਵੇਂ ਕਿ ਪਹਿਲੀ ਕੌਸ਼ਲ ਅਸੀਂ ਨੇ ਮੰਨੀ ਸੀ, ਜਿਹਨੂੰ ਅਸੀਂ ਬੇਸਿਕ ਕੌਸ਼ਲ ਮੰਨਦੇ ਹਾਂ, ਮੁੱਢਲੀ ਕੌਸ਼ਲ ਮੰਨਦੇ ਹਾਂ, ਉਹ ਹੈ ਜੀ ਸੁਣਨ ਅਤੇ ਸਮਝਣ ਕੌਸ਼ਲ। ਠੀਕ ਹੈ ਜੀ। ਇਹਦੇ ਨਾਲ ਤੁਸੀਂ ਕੁਝ ਕੀਵਰਡ ਨੇ ਜਿਹੜੇ ਉਹ ਤਿਆਰ ਕਰੋ, ਮਤਲਬ ਕੁਝ ਸ਼ਬਦਾਂ ਨੂੰ ਇਸੇ ਤਰ੍ਹਾਂ ਦੇਖੋ, ਕਿਉਂਕਿ ਉਹ ਕਈ ਵਾਰ ਸੇਮ ਟੂ ਸੇਮ ਸ਼ਬਦ ਜਿਹੜਾ ਤੁਹਾਨੂੰ ਉਹ ਪ੍ਰਸ਼ਨ ਦੇ ਵਿੱਚ ਇੱਦਾਂ ਹੀ ਪਾ ਦਿੰਦੇ ਨੇ। ਜਿਵੇਂ ਕਿ ਤੁਸੀਂ ਸਮਝੋ ਕਿ ਸਮੈਂਟਿਕ ਅਸਪੈਕਟ ਹੈ ਇਹ, ਮਤਲਬ ਕੀ ਹੈ ਕਿ ਸੁਣ ਕੇ ਮਤਲਬ ਆਪਣੀ ਕੋਈ ਧੁਨੀ ਹੈ ਉਹ ਕੰਨ ਦੇ ਵਿੱਚ ਗਈ, ਉਸ ਧੁਨੀ ਨੂੰ ਉਸ ਨੇ ਸਮਝਿਆ, ਉਸ ਦਾ ਅਰਥ ਸਮਝਿਆ। ਤਾਂ ਸੁਣ ਕੇ ਜਦੋਂ ਆਪਾਂ ਉਸ ਦਾ ਅਰਥ ਸਮਝਦੇ ਹਾਂ ਜੀ, ਉਹ ਸੁਣਨ ਕੌਸ਼ਲ ਹੈ, ਸਮਝਣ ਕੌਸ਼ਲ ਹੈ। ਅਤੇ ਦੂਸਰੀ ਜੋ ਕੌਸ਼ਲ ਹੈ ਜੀ ਬੋਲਣ ਬੋਲਚਾਲ ਜਾਂ ਮੌਖਿਕ ਕੌਸ਼ਲ, ਇਸ ਨੂੰ ਅਸੀਂ ਫੋਨੇਟਿਕ ਅਸਪੈਕਟ ਕਹਿ ਸਕਦੇ ਹਾਂ, ਭਾਵ ਕਿ ਧੁਨੀਆਂ ਦਾ ਉਚਾਰਨ, ਮਤਲਬ ਕਿ ਧੁਨੀਆਂ ਦੇ ਉਚਾਰਨ ਨਾਲ ਸੰਬੰਧਿਤ ਇਹ ਆਵਾਜ਼ ਨਾਲ, ਸਾਊਂਡ ਨਾਲ ਰਿਲੇਟਡ ਹੈ ਬੋਲਣ ਬੋਲਚਾਲ ਜਾਂ ਮੌਖਿਕ ਕੌਸ਼ਲ। ਇਸ ਤੋਂ ਬਿਨਾਂ ਜੋ ਥਰਡ ਕੌਸ਼ਲ ਹੈ ਜੀ ਪੜ੍ਹਨ ਜਾਂ ਵਾਚਨ ਕੌਸ਼ਲ, ਇਹਨੂੰ ਅਸੀਂ ਰੀਡਿੰਗ ਸਕਿੱਲ ਕਹਿੰਦੇ ਹਾਂ। ਅੱਜ ਅਸੀਂ ਨੇ ਇਹਨੂੰ ਡਿਟੇਲ ਦੇ ਵਿੱਚ ਸਮਝਣਾ ਹੈ। ਲਿਪੀਬੱਧ ਧੁਨੀਆਂ ਦਾ ਉਚਾਰਨ ਇਹ, ਤਾਂ ਇਟ ਮੀਨਸ ਇਹ ਕੀ ਹੈ ਫੋਨੇਟਿਕ ਐਂਡ ਗ੍ਰਾਫਿਕ, ਮਤਲਬ ਕਿ ਲਿਪੀਬੱਧ ਮਤਲਬ ਲਿਖੀ ਹੋਈ ਚੀਜ਼, ਉਸ ਦਾ ਉਚਾਰਨ ਕਰਨਾ, ਇਸ ਨਾਲ ਸੰਬੰਧਿਤ ਹੈ ਇਹ। ਠੀਕ ਹੈ ਜੀ, ਰੀਡਿੰਗ ਸਕਿੱਲ। ਅਤੇ ਇਸ ਤੋਂ ਬਾਅਦ ਹੈ ਜੀ ਲਿਖਣ ਕੌਸ਼ਲ। ਲਿਖਣ ਕੌਸ਼ਲ ਹੈ ਜਿਹੜਾ ਇਹ ਰਾਈਟਿੰਗ ਸਕਿੱਲ ਕਹਿੰਦੇ ਹਾਂ ਇਹਨੂੰ ਅਸੀਂ। ਇਹ ਗ੍ਰਾਫਿਕ ਹੈ, ਸਕ੍ਰਿਪਟ ਨਾਲ ਸੰਬੰਧਿਤ ਹੈ, ਮਤਲਬ ਕਿ ਲਿਖਤੀ ਰੂਪ ਨਾਲ ਸੰਬੰਧਿਤ ਹੈ। ਵੀ ਧੁਨੀਆਂ ਨੂੰ ਲਿਪੀਬੱਧ ਕਰਨਾ, ਮਤਲਬ ਕੁਝ ਚਿੰਨ੍ਹ ਲਿਖਣੇ, ਜਿਵੇਂ ਆਪਣੇ ਮਨ ਕਿ ਚਲੋ ਆਪਾਂ ਬੋਲ ਰਹੇ ਹਾਂ ਕਾਰ, ਤਾਂ ਇਹਨੂੰ ਇੱਦਾਂ ਲਿਪੀਬੱਧ ਕਰਨਾ ਵੀ ਇੱਕ ਚਿੰਨ੍ਹ ਲਿਖ ਲਿਆ ਇਹਦੇ ਲਈ। ਠੀਕ ਹੈ, ਕਾਰ। ਇਹ ਕੀ ਸੀ, ਧੁਨੀਆਂ ਸੀ, ਇਹਨਾਂ ਨੂੰ ਲਿਖਤੀ ਰੂਪ ਦੇ ਦਿੱਤਾ। ਇਹ ਕੀ ਹੈ, ਲਿਖਣ ਕੌਸ਼ਲ ਹੈ। ਬਾਕੀ ਆਪਾਂ ਡਿਟੇਲ ਦੇ ਵਿੱਚ ਅੱਜ ਸਮਝਾਂਗੇ। ਸਟਾਰਟ ਕਰਨ ਜਾ ਰਹੇ ਹਾਂ ਜੀ ਅਸੀਂ ਰੀਡਿੰਗ ਸਕਿੱਲ, ਪੜ੍ਹਨ ਜਾਂ ਵਾਚਨ ਕੌਸ਼ਲ। ਇਹ ਕੀ ਹੈ ਜੀ, ਇੱਕ ਰਿਸੈਪਟਿਵ ਮਤਲਬ ਕਿ ਗ੍ਰਹਿਣ ਕਰਨ ਵਾਲੀ ਕੌਸ਼ਲ ਹੈ, ਜਿਵੇਂ ਆਪਾਂ ਪਹਿਲੀ ਕਲਾਸ ਦੇ ਵਿੱਚ ਵੀ ਸਮਝਿਆ ਸੀ। ਠੀਕ ਹੈ ਜੀ। ਇਹਦੇ ਨਾਲ ਆਪਾਂ ਕੀ ਕਰਦੇ ਹਾਂ, ਕੋਈ ਸੂਚਨਾ ਨੂੰ ਗ੍ਰਹਿਣ ਕਰਦੇ ਹਾਂ, ਆਪਣੇ ਅੰਦਰ ਜਿਹੜੀ ਉਹ ਸੂਚਨਾ ਜਾ ਰਹੀ ਹੈ ਪੜ੍ਹਨ ਦੇ ਨਾਲ। ਜਿਵੇਂ ਕਿ ਤੁਹਾਨੂੰ ਇਹ ਸਕਰੀਨ ਦੇ ਉੱਤੇ ਅੱਖਰ ਨਜ਼ਰ ਆ ਰਹੇ ਨੇ, ਤੁਸੀਂ ਇਹਨਾਂ ਨੂੰ ਪੜ੍ਹ ਰਹੇ ਹੋ, ਤਾਂ ਇਹ ਇਨਫੋਰਮੇਸ਼ਨ ਤੁਹਾਡੇ ਅੰਦਰ ਐਂਟਰ ਕਰ ਰਹੀ ਹੈ। ਠੀਕ ਹੈ, ਮਤਲਬ ਕਿ ਤੁਸੀਂ ਇਹਨੂੰ ਰਿਸੀਵ ਕਰ ਰਹੇ ਹੋ, ਤੁਸੀਂ ਇਹਨੂੰ ਗ੍ਰਹਿਣ ਕਰ ਰਹੇ ਹੋ। ਤਾਂ ਇਸ ਦੇ ਵਿੱਚ ਕੁਝ ਡੈਫੀਨੇਸ਼ਨਸ ਦੇ ਪੱਖ ਤੋਂ ਇਹਦੇ ਵਿੱਚ ਕੁਝ ਗੱਲਾਂ ਆ ਸਕਦੀਆਂ ਨੇ, ਜਿਵੇਂ ਕਿ ਲਿਪੀਬੱਧ ਅੱਖਰਾਂ ਦਾ ਜਵਾਨੀ ਪ੍ਰਗਟਾ, ਮਤਲਬ ਜਿਹੜੇ ਇਹ ਅੱਖਰ ਲਿਖੇ ਹੋਏ ਨੇ, ਲਿਪੀ ਲਿਖੀ ਹੋਈ ਹੈ, ਮੈਂ ਇਹਨੂੰ ਪ੍ਰਗਟਾ ਕਰ ਰਿਹਾ ਇਹਦਾ। ਠੀਕ ਹੈ ਜੀ। ਤਾਂ ਇਹ ਕੀ ਹੈ, ਇੱਕ ਇਸ ਤਰ੍ਹਾਂ ਪ੍ਰਗਟਾ ਕਰਨਾ ਹੈ। ਬਸ ਸਿੰਪਲ ਅਰਥਾਂ ਦੇ ਵਿੱਚ ਆਪਾਂ ਇਹ ਕਹਿ ਸਕਦੇ ਵੀ ਇਹ ਪੜ੍ਹਨਾ ਹੈ। ਠੀਕ ਹੈ, ਪੜ੍ਹਨਾ ਮਤਲਬ ਕਿ ਰੀਡ ਕਰਨਾ ਹੈ। ਠੀਕ ਹੈ, ਬਾਕੀ ਸਿੰਪਲ ਜਿਹਾ ਐਸਪੈਕਟ ਹੈ ਇਹਦਾ। ਬਾਕੀ ਡੈਫੀਨੇਸ਼ਨ ਜਿਹੜੀ ਆਪਾਂ ਅੱਗੇ ਸਮਝ ਰਹੇ ਹਾਂ ਕਿ ਲਿਪੀਬੱਧ ਅੱਖਰਾਂ ਨੂੰ ਪੜ੍ਹ ਕੇ ਅਰਥ ਸਮਝਣਾ। ਸਿਰਫ ਪੜ੍ਹਨਾ ਹੀ ਸਾਡਾ ਮੋਟਿਵ ਨਹੀਂ, ਉਹਨਾਂ ਦੇ ਅਰਥ ਵੀ ਸਮਝ ਆਉਣੇ ਚਾਹੀਦੇ ਨੇ। ਸ਼ਾਇਦ ਤਾਂ ਹੀ ਇਹ ਗੁਣ ਕਰਕੇ ਦੇਖੋ ਇੱਥੇ ਇੱਕ ਲਾਈਨ ਲਿਖੀ ਹੈ ਜੋ ਅਸੀਂ ਨੇ, ਕਿ ਅੱਖਰਾਂ ਨੂੰ ਪੜ੍ਹ ਕੇ ਅਰਥ ਸਮਝਣ ਦੇ ਗੁਣ ਕਰਕੇ ਹੀ ਇਹ ਵਾਚਨ ਅਖਵਾਉਂਦਾ ਹੈ। ਠੀਕ ਹੈ, ਮਤਲਬ ਆਪਾਂ ਪੜ੍ਹ ਵੀ ਰਹੇ ਹਾਂ, ਉਹਨਾਂ ਅੱਖਰਾਂ ਦੇ ਅਰਥਾਂ ਨੂੰ ਸਮਝ ਵੀ ਰਹੇ ਹਾਂ। ਨੈਕਸਟ ਹੈ ਜੀ ਵਾਚਨ ਦਾ ਮਹੱਤਵ। ਵਾਚਨ ਦਾ ਮਹੱਤਵ ਹੈ ਜਿਹੜਾ ਇਹ ਮਨੋਵਿਗਿਆਨਿਕ ਲੋੜ ਵੀ ਹੋ ਸਕਦਾ ਹੈ, ਸਮਾਜਿਕ ਲੋੜ ਹੋ ਸਕਦਾ ਹੈ, ਸਿੱਖਿਆ ਪ੍ਰਾਪਤੀ ਵਿੱਚ ਸਹਾਇਕ ਵੀ ਹੈਗੇ ਹੈ, ਮਨੋਰੰਜਨ ਦਾ ਸਾਧਨ ਵੀ ਹੈ, ਪੜ੍ਹਾਈ ਲਿਖਾਈ ਹੈ ਜਿਹੜੀ ਉਹ ਪਹਿਚਾਣ ਬਣਾਉਂਦੀ ਹੈ। ਚਾਹੇ ਵਿਅਕਤੀ ਕਿੰਨਾ ਵੀ ਸਿਆਣਾ ਹੋਵੇ, ਜੇਕਰ ਉਹਨੂੰ ਪੜ੍ਹਨਾ ਨਹੀਂ ਆਉਂਦਾ ਤਾਂ ਉਹ ਮਤਲਬ ਇੱਕ ਵਧੀਆ ਵੱਖਰੀ ਪਹਿਚਾਣ ਨਹੀਂ ਬਣਾ ਸਕਦਾ। ਕਿੱਤੇ ਵਿੱਚ ਸਹਾਇਕ ਹੈ, ਸ਼ਖਸੀਅਤ ਦਾ ਵਿਕਾਸ ਕਰਦੀ ਹੈ। ਤਾਂ ਕੁੱਲ ਮਿਲਾ ਕੇ ਜਿਹੜਾ ਸ਼ਖਸੀਅਤ ਦਾ ਵਿਕਾਸ, ਇਹ ਪੁਆਇੰਟ ਜਿਹੜਾ ਇੱਕ ਮਤਲਬ ਕਹਿ ਸਕਦੇ ਹਾਂ ਕਾਫੀ ਘੇਰੇ ਨੂੰ ਕਵਰ ਕਰ ਲੈਂਦਾ ਹੈ। ਇਹਦੇ ਵਿੱਚ ਸਭ ਚੀਜ਼ਾਂ ਜਿਹੜੀਆਂ ਉਹ ਸ਼ਾਮਿਲ ਹੋ ਜਾਂਦੀਆਂ ਨੇ। ਨੈਕਸਟ ਹੈ ਜੀ ਉਦੇਸ਼। ਤਾਂ ਵਾਚਨ ਦੇ ਪੜ੍ਹਨ ਕੌਸ਼ਲ ਦੇ ਉਦੇਸ਼ ਕੀ ਨੇ, ਕਿ ਧੁਨੀਆਂ ਦਾ ਗਿਆਨ ਕਰਾਉਣਾ, ਮਤਲਬ ਕਿ ਬੱਚੇ ਨੂੰ ਜੇਕਰ ਤੁਸੀਂ ਰੀਡਿੰਗ ਸਕਿੱਲ ਸਿਖਾ ਰਹੇ ਹੋ, ਉਸ ਨੂੰ ਵਾਚਨ ਕੌਸ਼ਲ ਸਿਖਾ ਰਹੇ ਹੋ, ਤਾਂ ਧੁਨੀਆਂ ਦਾ ਉਸ ਨੂੰ ਗਿਆਨ ਕਰਾਇਆ ਜਾਵੇ ਵੀ ਇਹ ਧੁਨੀ ਦਾ ਇੱਦਾਂ ਉਚਾਰਨ ਹੋਏਗਾ। ਆਵਾਜ਼ ਦਾ ਉਤਰਾਅ ਚੜ੍ਹਾਅ ਜਿਹੜਾ ਉਹ ਸਮਝਾਉਣਾ, ਵਿਸ਼ਰਾਮਾਂ ਬਾਰੇ ਦੱਸਣਾ, ਸ਼ਬਦ ਜੋੜ ਸਮਝਾਉਣਾ, ਸਰੀਰਕ ਮੁਦਰਾ ਦਾ ਮਹੱਤਵ ਦੱਸਿਆ ਜਾਵੇ ਵੀ ਇੰਨੀ ਦੂਰ ਕਿਤਾਬ ਰੱਖ, ਇੱਥੇ ਕਿਤਾਬ ਰੱਖ ਕੇ ਹੁਣ ਉਚਾਰਨ ਕਰ, ਹੁਣ ਬੋਲ, ਇੱਥੇ ਰੁਕ। ਵਿਸ਼ਰਾਮ ਚਿੰਨ੍ਹ ਜਿਹੜੇ ਮੋਸਟ ਇੰਪੋਰਟੈਂਟ ਚੀਜ਼ ਹੈ ਇਹਦੇ, ਕਿਉਂਕਿ ਜਿਵੇਂ ਕਿ ਕੀ ਹੈ ਕਿ ਜਿੱਥੇ ਕੌਮਾ ਲੱਗਿਆ ਉੱਥੇ ਥੋੜ੍ਹਾ ਜਿਹਾ ਰੁਕਣਾ, ਜਿੱਥੇ ਡੰਡੀ ਲੱਗੀ ਉੱਥੇ ਪੂਰੀ ਤਰ੍ਹਾਂ ਰੁਕਣਾ ਹੈ। ਠੀਕ ਹੈ, ਇੱਦਾਂ ਵੀ ਉਹਨਾਂ ਨੂੰ ਇਹ ਚੀਜ਼ਾਂ ਦਾ ਗਿਆਨ ਕਰਾਉਣਾ, ਇਹ ਚੀਜ਼ਾਂ ਇਸ ਦੇ ਉਦੇਸ਼ ਵਿੱਚ ਆਉਂਦੀਆਂ ਨੇ। ਇਸ ਤੋਂ ਬਾਅਦ ਹੈ ਜੀ ਇਸ ਦੀਆਂ ਕਿਸਮਾਂ। ਵਾਚਨ ਕੌਸ਼ਲ ਦੀਆਂ ਕਿਸਮਾਂ ਮੋਸਟ ਇੰਪੋਰਟੈਂਟ ਨੇ। ਉੱਚੀ ਪੜ੍ਹਨਾ ਯਾਨੀ ਕਿ ਲਾਊਡ ਰੀਡਿੰਗ। ਤਾਂ ਲਾਊਡ ਰੀਡਿੰਗ ਦੇ ਵਿੱਚ ਕੀ ਆਊਗਾ ਕਿ ਕੀ ਕਰ ਰਿਹਾ, ਮੰਨ ਕੇ ਚੱਲੋ ਕਿਤਾਬ ਹੈ, ਠੀਕ ਹੈ, ਵਿਦਿਆਰਥੀ ਇੱਕ ਉਸ ਦੇ ਸਾਹਮਣੇ ਕਿਤਾਬ ਹੈ,
ਤੇ ਅਧਿਆਪਕ ਨੇ ਉਸਨੂੰ ਕਿਹਾ ਵੀ ਤੂੰ ਖੜਾ ਹੋ ਕੇ ਪਾਠ ਪੜ੍ਹ, ਤਾਂ ਉਹ ਕੀ ਕਰੂਗਾ, ਇਹ ਪਹਿਲੀ ਲਾਈਨ ਤੋਂ ਪੜ੍ਹਨਾ ਸ਼ੁਰੂ ਕਰ ਦੂਗਾ, ਉੱਚੀ ਉੱਚੀ ਪੜ੍ਹੂਗਾ ਤੇ ਬਾਕੀ ਨੇ ਜਿਹੜੇ ਉਸ ਨੂੰ ਸੁਣ ਰਹੇ ਹੋਣਗੇ। ਠੀਕ ਹੈ ਜੀ, ਬਾਕੀ ਵਿਦਿਆਰਥੀ ਨੇ ਉਸ ਨੂੰ ਸੁਣ ਰਹੇ ਹੋਣਗੇ, ਅਧਿਆਪਕ ਵੀ ਸੁਣ ਰਿਹਾ ਹੋਏਗਾ, ਬਾਅਦ ਦੇ ਵਿੱਚ ਅਧਿਆਪਕ ਉਸ ਦੀ ਐਕਸਪਲੇਨੇਸ਼ਨ ਕਰੇਗਾ ਵਗੈਰਾ ਵਗੈਰਾ। ਤਾਂ ਇਸ ਤਰ੍ਹਾਂ ਉੱਚੀ ਪਾਠ ਦੇ ਵਿੱਚ ਕੀ ਹੁੰਦਾ ਹੈ ਕਿ ਅਸੀਂ ਧੁਨੀ ਨੂੰ ਉੱਚੀ ਦੇ ਨਹੀਂ ਉਚਾਰਦੇ ਹਾਂ। ਠੀਕ ਹੈ, ਤੇ ਇਹ ਜਿਹੜੀ ਸਕਿੱਲ ਹੈ ਲਾਊਡ ਰੀਡਿੰਗ ਹੈ ਜਿਹੜੀ, ਇਹ ਸ਼ੁਰੂਆਤ ਦੇ ਵਿੱਚ ਸਹਾਇਕ ਹੈ। ਠੀਕ ਹੈ, ਮਤਲਬ ਪ੍ਰਾਇਮਰੀ ਪੱਧਰ 'ਤੇ ਕਹਿ ਸਕਦੇ ਹਾਂ ਵੀ ਬੱਚੇ ਨੇ ਜਿਹੜੇ ਉਹ ਉੱਚੀ ਉੱਚੀ ਪੜ੍ਹ ਰਹੇ ਨੇ, ਉਦੋਂ ਇਹ ਸਹਾਇਕ ਹੈ। ਅਤੇ ਇਹਦਾ ਹੋਰ ਕੀ ਬੈਨੀਫਿਟ ਹੈ ਕਿ ਇਹ ਉਚਾਰਨ 'ਚ ਸੁਧਾਰ ਕਰਨ ਦੇ ਲਈ ਵੀ ਸਹਾਇਕ ਹੈ। ਮਤਲਬ ਕਿ ਕਿਸੇ ਨੇ ਆਪਣਾ ਉਚਾਰਨ ਜਿਹੜਾ ਉਹ ਸੁਧਾਰਨਾ ਤਾਂ ਉਹ ਕੀ ਕਰ ਸਕਦਾ, ਇਹਨੂੰ ਉੱਚੀ ਉੱਚੀ ਪ੍ਰੋਨਾਊਂਸੀਏਸ਼ਨ ਇਸ ਦੀ ਕਰ ਸਕਦਾ ਹੈ, ਉੱਚੀ ਉੱਚੀ ਇਸ ਨੂੰ ਉਚਾਰ ਸਕਦਾ, ਉੱਚੀ ਉੱਚੀ ਬੋਲ ਸਕਦਾ ਹੈ। ਅਤੇ ਇਹ ਜਿਹੜੀ ਵਿਅਕਤੀਗਤ ਵੀ ਹੋ ਸਕਦੀ ਹੈ ਅਤੇ ਸਮੂਹਿਕ ਵੀ ਹੋ ਸਕਦੀ ਹੈ। ਕਹਿਣ ਦਾ ਭਾਵ ਕਿ ਇਹ ਕਿ ਵਿਅਕਤੀ ਇੱਕ ਜਣਾ ਕਿਤਾਬ ਵੀ ਪੜ੍ਹਦਾ ਹੋ ਸਕਦਾ ਉੱਚੀ ਉੱਚੀ, ਹੈ ਨਾ। ਅਤੇ ਇਸ ਤੋਂ ਬਿਨਾਂ ਇਹ ਸਮੂਹਿਕ ਵੀ ਹੋ ਸਕਦੀ, ਮੰਨ ਕੇ ਚੱਲ 2-3 ਬੱਚੇ ਜਿਹੜੇ ਉਹ ਇਕੱਠੇ ਹੋ ਕੇ ਪੜ੍ਹਨ, ਹੈ ਨਾ, ਤਾਂ ਇੱਦਾਂ ਵੀ ਇਹ ਸਮੂਹਿਕ ਵੀ ਹੋ ਸਕਦੀ ਹੈ। ਅਤੇ ਇਸ ਨਾਲ ਜਿਹੜਾ ਯਾਦ ਹੈ ਉਹ ਚੰਗੀ ਤਰ੍ਹਾਂ ਰਹਿ ਜਾਂਦਾ, ਕਿਉਂਕਿ ਆਪਾਂ ਨੂੰ ਉੱਚੀ ਉੱਚੀ ਬੋਲਿਆ ਹੁੰਦਾ, ਹੈ ਨਾ। ਅਤੇ ਆਵਾਜ਼ ਵਿੱਚ ਮਿਠਾਸ ਹੋਣੀ ਚਾਹੀਦੀ ਹੈ, ਇਹ ਨਾ ਹੋਵੇ ਵੀ ਤੁਸੀਂ ਉੱਚੀ ਪੜ੍ਹਨ ਦੇ ਚੱਕਰ 'ਚ ਆਪਣੀ ਆਵਾਜ਼ ਹੈ ਜਿਹੜਾ ਉਸਦੀ ਮਿਠਾਸ ਖੋਲ੍ਹ ਲਓ, ਉਹਦੇ ਵਿੱਚ ਫਿਰ ਵੀ ਮਿਠਾਸ ਹੋਵੇ, ਮਤਲਬ ਕਿ ਚੁਭਦੀ ਨਾ ਹੋਵੇ ਆਵਾਜ਼। ਠੀਕ ਹੈ, ਇਹ ਚੀਜ਼ ਦਾ ਜ਼ਰੂਰ ਧਿਆਨ ਰੱਖਿਓ। ਅਤੇ ਇਸ ਤੋਂ ਬਾਅਦ ਇਸ ਦੀ ਦੂਸਰੀ ਕਿਸਮ ਹੈ ਜੀ ਮੌਨ ਵਾਚਨ। ਠੀਕ ਹੈ, ਮਤਲਬ ਕਿ ਹੌਲੀ ਵਾਚਨ। ਤਾਂ ਇਹ ਸਾਈਲੈਂਟ ਰੀਡਿੰਗ ਹੈ ਜਿਹੜੀ ਮੋਸਟ ਇੰਪੋਰਟੈਂਟ ਚੀਜ਼ ਹੈ ਇਹ। ਤਾਂ ਇਹਦੇ ਵਿੱਚ ਕੀ ਆ ਜਾਂਦਾ ਕਿ ਬੁੱਲਾਂ ਨੂੰ ਬਿਨਾਂ ਹਿਲਾਏ ਮਨ ਵਿੱਚ ਉਚਾਰਨ ਕਰਕੇ ਅਰਥਾਂ ਨੂੰ ਸਮਝਣਾ। ਕਹਿਣ ਦਾ ਭਾਵ ਕੀ ਹੈ ਕਿ ਆਪਣੇ ਜਿਹੜੇ ਬੋਲਣੇ ਹੈ ਨਾ ਵੀ ਉਹ ਸਾਈਲੈਂਟਲੀ ਪੜ੍ਹਾਂਗੇ ਆਪਾਂ, ਉਹਨਾਂ ਨੂੰ ਹਿੱਲਣ ਨਹੀਂ ਦੇਣਾ, ਮਨ ਦੇ ਵਿੱਚ ਹੀ ਆਪਾਂ ਉਚਾਰਨ ਕਰਾਂਗੇ ਅਤੇ ਅਰਥਾਂ ਨੂੰ ਸਮਝਦੇ ਚਲੇ ਜਾਵਾਂਗੇ। ਮਤਲਬ ਐਵੇਂ ਜਿਹੜੀ ਆਪਣੀ ਨਿਗਾਹ ਨਜ਼ਰ ਹੈ ਜਿਹੜੀ ਆਪਣੀ ਉਹ ਐਂ ਅੱਖਰ ਦੇ ਨਾਲ ਨਾਲ ਚੱਲੀ ਜਾਊਗੀ। ਠੀਕ ਹੈ, ਪਰ ਆਪਾਂ ਬੋਲਣਾ ਦਾ ਨੂੰ ਨਹੀਂ ਹਿਲਾ ਰਹੇ। ਠੀਕ ਹੈ, ਹੋ ਸਕਦਾ ਆਪਾਂ ਹਲਕੇ ਜਿਹੇ ਹਿਲਾ ਰਹੇ ਹੋਈਏ ਪਰ ਧੁਨੀ ਨਹੀਂ ਆਪਾਂ ਪੈਦਾ ਕਰ ਰਹੇ, ਕਹਿਣ ਦਾ ਭਾਵ ਇਹ ਹੈ। ਠੀਕ ਹੈ ਜੀ, ਅਤੇ ਇਸ ਦੀਆਂ ਕੁਝ ਵਿਸ਼ੇਸ਼ਤਾਵਾਂ ਨੇ ਇਹ ਵਾਚਨ ਦੀਆਂ ਕਿ ਇਹ ਫਾਸਟ ਹੈ ਜੀ, ਬਹੁਤ ਜ਼ਿਆਦਾ ਤੇਜ਼ ਹੈ। ਮੰਨ ਕੇ ਚੱਲੋ ਜਿਵੇਂ ਆਪਾਂ ਕੋਈ ਪਾਠ ਪੜ੍ਹ ਰਹੇ ਹਾਂ, ਤੁਸੀਂ ਇਹ ਚੀਜ਼ਾਂ ਨੂੰ ਖੁਦ ਮਤਲਬ ਅਪਲਾਈ ਕਰਕੇ ਦੇਖਿਓ ਵੀ ਤੁਸੀਂ ਸਾਈਲੈਂਟਲੀ ਪੜ੍ਹ ਕੇ ਦੇਖਿਓ ਵੀ ਇੱਕ ਪੇਜ ਨੂੰ ਕਿੰਨੇ ਚਿਰ 'ਚ ਨਿਬੇੜਦੇ ਹੋ, ਅਤੇ ਫਿਰ ਉੱਚੀ ਉੱਚੀ ਪੜ੍ਹ ਕੇ ਦੇਖਿਓ ਕਿੰਨੇ ਚਿਰ 'ਚ ਨਿਬੇੜਦੇ ਹੋ। ਤਾਂ ਜਿਹੜਾ ਇਹ ਵਾਚਨ ਹੈ ਜੀ ਇਹ ਤੇਜ਼ ਹੈ, ਇਹਦੀ ਇਹ ਖਾਸੀਅਤ ਹੈ। ਇਸ ਤੋਂ ਬਿਨਾਂ ਇਹਦੇ 'ਚ ਇਕਾਗਰਤਾ ਹੁੰਦੀ ਹੈ, ਮਤਲਬ ਕਿ ਜਦੋਂ ਆਪਾਂ ਚੁੱਪ ਕਰਕੇ ਪੜ੍ਹਦੇ ਹਾਂ, ਮੌਨ ਵਾਚਨ ਕਰਦੇ ਹਾਂ, ਤਾਂ ਆਪਣਾ ਜਿਹੜਾ ਕੌਨਸੈਂਟਰੇਸ਼ਨ ਹੈ ਉਹ ਜ਼ਿਆਦਾ ਹੁੰਦਾ ਹੈ ਨਾ, ਵੀ ਆਪਾਂ ਸ਼ਬਦ ਨੂੰ ਚੰਗੇ ਤਰੀਕੇ ਨਾਲ ਸਮਝ ਸਕਦੇ ਹਾਂ, ਲਾਈਨ ਦਾ ਅਰਥ ਚੰਗੇ ਤਰੀਕੇ ਨਾਲ ਸਮਝ ਸਕਦੇ ਹਾਂ। ਤਾਂ ਉੱਚੀ ਬੋਲਣ ਵਾਲੀ ਜਿਹੜੀ ਉਹ ਸੀ ਰੀਡਿੰਗ, ਮਤਲਬ ਉੱਚੀ ਪਾਠਣ ਸੀ, ਉਸ ਦੇ ਨਾਲੋਂ ਕੀ ਹੈ ਇਹ ਤੇਜ਼ ਹੈ ਅਤੇ ਇਹਦੇ 'ਚ ਇਕਾਗਰਤਾ ਜ਼ਿਆਦਾ ਬਣਦੀ ਹੈ। ਇਸ ਤੋਂ ਬਿਨਾਂ ਆਪਾਂ ਨੈਕਸਟ ਪੁਆਇੰਟ ਸਮਝਦੇ ਹਾਂ ਜੀ ਸੂਖਮ ਵਾਚਨ, ਯਾਨੀ ਕਿ ਇੰਟੈਂਸਿਵ ਰੀਡਿੰਗ। ਇਹ ਵੀ ਇੰਪੋਰਟੈਂਟ ਹੈ, ਇਹਨੂੰ ਸਮਝੋ ਕਿ ਵਿਦਿਆਰਥੀ ਪਾਠਕ੍ਰਮ ਅਨੁਸਾਰ ਪਾਠ ਨੂੰ ਪੜ੍ਹਦਾ ਹੈ ਤਾਂ ਜੋ ਬਾਅਦ ਵਿੱਚ ਉਸ ਦੇ ਸਵਾਲਾਂ ਨੂੰ ਹੱਲ ਕਰ ਸਕੇ। ਕਹਿਣ ਦਾ ਭਾਵ ਕੀ ਹੈ ਕਿ ਅਧਿਆਪਕ ਨੇ ਉਸ ਦੇ ਸਾਹਮਣੇ ਕਿਤਾਬ ਰੱਖਤੀ, ਕੋਈ ਪਾਠ ਦੇਤਾ ਉਹਨੂੰ ਵੀ ਇਹ ਪਾਠ ਤੂੰ ਅੱਜ ਯਾਦ ਕਰ, ਵੀ ਇਹਨੂੰ ਪੜ੍ਹ ਲਿਆ, ਬਾਅਦ ਵਿੱਚ ਮੈਂ ਤੇਰੇ ਤੋਂ ਇਹਦੇ 'ਚੋਂ ਪ੍ਰਸ਼ਨ ਪੁੱਛੂੰਗਾ। ਤਾਂ ਵਿਦਿਆਰਥੀ ਕੀ ਕਰੂਗਾ, ਉਸ ਪੁਆਇੰਟ ਆਫ ਵਿਊ ਤੋਂ ਪੜ੍ਹੂਗਾ ਵੀ ਇਹ ਲਾਈਨ ਐਵੇਂ ਹੈ, ਬਰੀਕੀ ਨਾਲ ਪੜ੍ਹੂਗਾ। ਕਹਿਣ ਦਾ ਭਾਵ ਵੀ ਇਹ ਲਾਈਨ 'ਚ ਵੀ ਸਵਾਲ ਪੁੱਛਿਆ ਸਕਦਾ ਹੈ, ਇੱਥੇ ਤੋਂ ਇਹ ਪ੍ਰਸ਼ਨ ਬਣ ਸਕਦਾ ਹੈ, ਮਤਲਬ ਉਹ ਪ੍ਰਸ਼ਨ ਦੇ ਉੱਤੇ ਫੋਕਸ ਹੈ ਉਹਦਾ। ਠੀਕ ਹੈ ਜੀ, ਅਤੇ ਉਹ ਮਤਲਬ ਪ੍ਰੇਰਿਆ ਜਾ ਰਹੀ ਹੈ, ਮਤਲਬ ਕਿਸੇ ਦੀ ਪ੍ਰੇਰਨਾ ਦੇ ਥਰੂ ਪੜ੍ਹ ਰਿਹਾ। ਇਹ ਚੀਜ਼ ਨੂੰ ਵੀ ਧਿਆਨ 'ਚ ਰੱਖਿਓ, ਬਰੀਕੀ ਨਾਲ ਪੜ੍ਹਨਾ, ਇੱਥੇ ਆਉਣਾ ਸੀ ਬਰੀਕੀ ਨਾਲ ਪੜ੍ਹਨਾ। ਤਾਂ ਬਰੀਕੀ ਦੇ ਨਾਲ ਪੜ੍ਹ ਰਿਹਾ ਹੈ ਉਹ, ਕਿਉਂਕਿ ਉਹਨੇ ਬਾਅਦ ਵਿੱਚ ਪ੍ਰੀਖਿਆ ਵੀ ਤਾਂ ਦੇਣੀ ਹੈ, ਅਧਿਆਪਕ ਉਦੋਂ ਸਵਾਲ ਪੁੱਛੂਗਾ, ਹੋ ਸਕਦਾ ਅਧਿਆਪਕ ਲਿਖੇ ਆ ਕੇ ਦੇਖੇ। ਤਾਂ ਇਹ ਚੀਜ਼ਾਂ ਜਿਹੜੀਆਂ ਇਹ ਸੂਖਮ ਵਾਚਨ ਯਾਨੀ ਕਿ ਇੰਟੈਂਸਿਵ ਰੀਡਿੰਗ ਦੇ ਵਿੱਚ ਆਉਂਦੀਆਂ ਨੇ। ਅਤੇ ਇੱਕ ਗੱਲ ਹੋਰ, ਇਹ 2 ਸ਼ਬਦ ਹੁੰਦੇ ਨੇ ਜਿਵੇਂ ਇੰਟੈਂਸਿਵ, ਇਨ ਮਤਲਬ ਅੰਦਰੂਨੀ ਚੀਜ਼ ਆ ਗਈ ਇਹ। ਠੀਕ ਹੈ, ਮਤਲਬ ਵੀ ਕਿਤਾਬ ਨੂੰ ਅੰਦਰੂਨੀ ਤੌਰ 'ਤੇ ਵੀ ਵਿੱਚੋਂ ਪੇਪਰ ਆਊਗਾ ਇਹਦੇ ਤਾਂ ਪੜ੍ਹ ਰਿਹਾ ਵਿਦਿਆਰਥੀ। ਠੀਕ ਹੈ, ਮਤਲਬ ਇਨ ਤੋਂ ਯਾਦ ਰੱਖਿਓ ਵੀ ਅੰਦਰੂਨੀ ਚੀਜ਼ ਹੈ ਇਹ। ਸੂਖਮ ਮਤਲਬ ਛੋਟਾ ਕਹਿ ਸਕਦੇ ਹਾਂ ਨਾ, ਵੀ ਸਕੈਨ ਕਰ ਰਿਹਾ ਉਹਨੂੰ, ਐਵੇਂ ਬਰੀਕੀ ਨਾਲ ਦੇਖ ਰਿਹਾ। ਅਤੇ ਇੱਕ ਇਹਦੇ ਕੁਝ ਕੀਵਰਡ ਨੇ ਜਿਵੇਂ ਸਕੈਨਿੰਗ, ਧਿਆਨ 'ਚ ਰੱਖਿਓ ਵੀ ਸਕੈਨਿੰਗ ਹੈ ਜਿਹੜੀ ਉਹ ਸੂਖਮ ਵਾਚਨ ਹੈ। ਇਸ ਤੋਂ ਬਿਨਾਂ ਸੂਚਨਾ ਲੱਭਣਾ ਲਈ ਪੜ੍ਹਨਾ, ਮਤਲਬ ਕਿ ਤੁਹਾਡੇ ਸਾਹਮਣੇ ਇੱਕ ਲਿਸਟ ਲੱਗੀ ਹੋਈ ਹੈ, ਤੁਸੀਂ ਉਹਦੇ 'ਚ ਆਪਣਾ ਨਾਮ ਲੱਭ ਰਹੇ ਹੋ, ਤਾਂ ਤੁਹਾਨੂੰ ਬਾਕੀਆਂ ਤੱਕ ਕੋਈ ਮਤਲਬ ਨਹੀਂ, ਤੁਸੀਂ ਕੀ ਕਰ ਰਹੇ ਹੋ, ਐਵੇਂ ਲਿਸਟ ਦੇ ਵਿੱਚ ਆਪਣਾ ਨਾਮ ਦੇਖ ਰਹੇ ਹੋ, ਬਰੀਕੀ ਨਾਲ ਦੇਖ ਰਹੇ ਹੋ ਵਿੱਚੋਂ। ਠੀਕ ਹੈ, ਤਾਂ ਇਹ ਕੋਈ ਸੂਚਨਾ ਲੱਭਣਾ, ਇਨਫੋਰਮੇਸ਼ਨ, ਇਹ ਸਭ ਨੇ ਜਿਹੜੀਆਂ ਇਹ ਇੰਟੈਂਸਿਵ ਰੀਡਿੰਗ ਦੇ ਵਿੱਚ ਆਉਣਗੀਆਂ। ਇਸ ਤੋਂ ਬਿਨਾਂ ਵਾਚਨ ਦੀ ਜੋ ਲਾਸਟ ਕਿਸਮ, ਚੌਥੀ ਕਿਸਮ ਕਹਿ ਸਕਦੇ ਹਾਂ ਆਪਾਂ, ਸਥੂਲ ਵਾਚਨ, ਯਾਨੀ ਕਿ ਇਹ ਕੀ ਹੈ ਐਕਸਟੈਂਸਿਵ। ਕਹਿਣ ਦਾ ਭਾਵ ਐਕਸ ਦਾ ਮੀਨਿੰਗ ਇੱਥੇ ਕੀ ਹੋ ਜਾਂਦਾ ਹੈ, EX ਮੀਨਿੰਗ ਇਹ ਬਾਹਰੀ ਚੀਜ਼ ਆ ਗਈ। ਮੈਂ ਸਮਝਦਾ ਹੁਣ ਇਹਨਾਂ ਨੂੰ ਕਿ ਇਹ ਇੱਕ ਬਾਹਰੀ ਚੀਜ਼ ਹੈ, ਵੱਡਾ, ਇਹਦਾ ਮਤਲਬ ਘੇਰਾ ਜਿਹੜਾ ਉਹ ਵੱਡਾ ਹੋ ਗਿਆ। ਤਾਂ ਸਥੂਲ ਵਾਚਨ ਦਾ ਮੀਨਿੰਗ ਕੀ ਹੈ ਕਿ ਇਸ ਦਾ ਜਿਹੜਾ ਘੇਰਾ ਉਹ ਵੱਡਾ ਹੋ ਗਿਆ। ਜਿਵੇਂ ਕਿ ਵਿਦਿਆਰਥੀ ਹੈ ਕਿ ਸਿਲੇਬਸ ਤੋਂ ਬਾਹਰ ਦੀਆਂ ਕਿਤਾਬਾਂ ਪੜ੍ਹਨਾ ਦਾ ਭਾਵੇਂ ਉਹਨੇ ਪੇਪਰ ਨਹੀਂ ਦੇਣਾ। ਕਹਿਣ ਦਾ ਭਾਵ ਕੀ ਹੈ, ਮੰਨ ਕੇ ਚੱਲੋ ਬੱਚੇ ਨੂੰ ਤੁਸੀਂ ਨੇ ਅੱਜ ਕੋਈ ਕੰਮ ਦੇਤਾ ਵੀ ਭਗਤ ਸਿੰਘ ਬਾਰੇ ਮੈਂ ਤੇਰੇ ਤੋਂ ਸੁਣੂੰਗਾ।
ठीक है। तो ਉਹ ਕੀ ਕਰੂਗਾ, ਆਪਣੀ ਪਾਠ ਪੁਸਤਕ ਨੂੰ ਪੜ੍ਹੂਗਾ, ਉਹਦੇ 'ਚ ਦੇਖੂਗਾ ਵੀ ਇੱਥੇ ਜਨਮ ਦਿਨ ਲਿਖਿਆ ਹੋਇਆ, ਇੱਥੇ ਇਹ ਡੇਟ ਲਿਖੀ ਹੋਈ ਹੈ, ਇੱਦਾਂ ਪੜ੍ਹੂਗਾ। ਪਰ ਜੇਕਰ ਕਿਸੇ ਨੇ ਮਤਲਬ ਕਿ ਕੋਈ ਮਚਿਓਰ ਹੈ, ਉਹ ਚਾਹੁੰਦਾ ਮੈਂ ਭਗਤ ਸਿੰਘ ਬਾਰੇ ਜਾਣਾ ਵੱਧ ਤੋਂ ਵੱਧ, ਤਾਂ ਉਹ ਸਿਲੇਬਸ ਵਾਲੀਆਂ ਕਿਤਾਬਾਂ ਵੀ ਹੋ ਸਕਦਾ ਪੜ੍ਹ ਲੇ। ਇਸ ਤੋਂ ਬਿਨਾਂ ਉਹ ਲਾਇਬ੍ਰੇਰੀ 'ਚੋਂ ਲੈ ਕੇ 4 ਕਿਤਾਬਾਂ ਹੋਰ ਵੀ ਪੜ੍ਹ ਸਕਦਾ ਹੈ, ਠੀਕ ਹੈ। ਤਾਂ ਉਹਦਾ ਜਿਹੜਾ ਘੇਰ ਹੈ ਉਹ ਵੱਡਾ ਹੋ ਗਿਆ, ਅਤੇ ਉਹ ਕੀ ਕਰ ਰਿਹਾ, ਸਿਲੇਬਸ ਤੋਂ ਬਾਅਦ ਦੀਆਂ ਕਿਤਾਬਾਂ ਵੀ ਪੜ੍ਹ ਰਿਹਾ ਹੈ। ਇਹ ਚੀਜ਼ਾਂ ਸਥੂਲ ਵਾਚਨ ਦੇ ਵਿੱਚ ਆਉਂਦੀਆਂ ਨੇ, ਠੀਕ ਹੈ ਜੀ। ਭਾਵੇਂ ਉਹਨੇ ਪੇਪਰ ਨਹੀਂ ਦੇਣਾ, ਵੈਸੇ ਹੀ ਪੜ੍ਹ ਰਿਹਾ ਉਹ, ਕਾਹਦੇ ਅਕੋਰਡਿੰਗ, ਆਪਣੀ ਇੱਛਾ ਦੇ ਅਨੁਸਾਰ ਪੜ੍ਹ ਰਹੀ ਹੈ। ਮਤਲਬ ਉਹ ਆਪਣੀ ਰੁਚੀ ਨੂੰ ਧਿਆਨ ਵਿੱਚ ਰੱਖ ਕੇ ਪੜ੍ਹ ਰਿਹਾ, ਉਹਨੇ ਨਾ ਕੋਈ ਪੇਪਰ ਦੇਣਾ ਹੀ ਨਹੀਂ ਹੈਗਾ ਵੀ ਉਹ ਭਗਤ ਸਿੰਘ ਬਾਰੇ ਜੇ ਇੱਕ ਕਿਤਾਬ ਘੱਟ ਪੜ੍ਹੂਗਾ ਉਹਨੂੰ ਕੋਈ ਸਜ਼ਾ ਮਿਲੂਗੀ ਜਾਂ ਉਸ ਦੇ ਨੰਬਰ ਘੱਟ ਆਉਣਗੇ, ਨਹੀਂ, ਇੱਦਾਂ ਨਹੀਂ ਹੈਗਾ। ਉਹ ਇੱਛਾ ਦੇ ਅਨੁਸਾਰ ਪੜ੍ਹ ਰਿਹਾ ਹੈ। ਤਾਂ ਇਹ ਜਿਹੜਾ ਇੱਛਾ ਆਧਾਰਿਤ ਵਾਚਨ ਹੈ, ਠੀਕ ਹੈ ਜੀ। ਤੇਜ਼ ਵਾਚਨ ਵੀ ਹੁੰਦਾ ਇਹ, ਮਤਲਬ ਕਿ ਹੋ ਸਕਦਾ ਜਿਵੇਂ ਵਿਦਿਆਰਥੀ ਹੈ, ਉਹਨੂੰ ਕੀ ਹੁੰਦਾ, ਸਿਲੇਬਸ ਦੇ ਵਿੱਚ ਇੱਕ ਕਿਤਾਬ ਲੱਗੀ ਹੁੰਦੀ ਹੈ ਅਤੇ ਉਹ ਕਿਤਾਬ ਬੱਚੇ ਨੇ ਪੂਰੇ ਸਾਲ ਦੇ ਵਿੱਚ ਪੂਰੀ ਕਰਨੀ ਹੁੰਦੀ ਹੈ, ਅਤੇ ਬੱਚੇ ਫਿਰ ਵੀ ਸਾਲ 'ਚ ਪੂਰੀ ਕਰਦੇ ਨੇ, ਜਿਵੇਂ ਮੈਥ ਹੈ। ਪਰ ਜੇਕਰ ਕੋਈ ਕੰਪੀਟੀਟਿਵ ਐਗਜ਼ਾਮ ਦੀ ਤਿਆਰੀ ਕਰ ਰਿਹਾ ਹੈ ਤਾਂ ਉਹਨੂੰ ਇੱਕ ਮੈਥ ਛੱਡੋ, ਉਹਨੂੰ ਲੱਗਦਾ 5 ਮੈਥ ਪੜ੍ਹਨੇ ਪੈ ਜਾਣ, ਅਤੇ ਟਾਈਮ ਵੀ ਲੱਗਦਾ ਘੱਟ ਮਿਲੇ, 2-3 ਮਹੀਨਿਆਂ 'ਚ ਪੜ੍ਹਨੇ ਹੋਣ। ਤਾਂ ਇਸ ਕਰਕੇ ਇਹ ਤੇਜ਼ ਵਾਚਨ ਵੀ ਇਹਦੇ ਵਿੱਚ ਕੀ ਕਰਦੇ ਆਪਾਂ, ਪੂਰੇ ਗੱਫੇ ਐਵੇਂ ਰੁੱਗ ਭਰ ਕੇ ਪੜ੍ਹਦੇ ਹਾਂ ਉਹਨੂੰ, ਸਮਝ ਗਏ। ਕਹਿੰਦਾ ਭਾਵ ਇਹ ਸੀ। ਅਤੇ ਪੰਛੀ ਝਾਤ ਵਾਚਨ ਇਹਦੇ ਵਿੱਚ ਆਉਂਦਾ, ਇਹ ਇੰਪੋਰਟੈਂਟ ਪੁਆਇੰਟ ਹੈ। ਪੰਛੀ ਝਾਤ ਦਾ ਮਤਲਬ ਕੀ ਹੁੰਦਾ, ਜਿਵੇਂ ਤੁਹਾਡੇ ਸਾਹਮਣੇ ਲੇਖ ਲਿਖਿਆ ਪਿਆ ਹੈ, ਤੁਸੀਂ ਉਹ ਲੇਖ ਦੀਆਂ ਇਕੱਲੀ ਲਾਈਨ ਨੂੰ ਜਮਾਂ ਚੰਗੀ ਤਰੀਕੇ ਨਾਲ ਬਰੀਕੀ ਨਾਲ ਨਹੀਂ ਪੜ੍ਹਦੇ, ਬਲਕਿ ਤੁਸੀਂ ਕੀ ਕਰੋਗੇ, ਉਹਦੇ 'ਚ ਐ ਮੋਟੀ ਜਿਹੀ ਨਜ਼ਰ ਮਾਰੋਗੇ, ਠੀਕ ਹੈ। ਮੋਟੀ ਜਿਹੀ ਨਜ਼ਰ ਮਾਰਨਾ ਮਤਲਬ ਜਿਵੇਂ ਪੰਛੀ ਉੱਡਿਆ ਫਿਰਦਾ ਹੁੰਦਾ, ਆਪਣੀ ਨਜ਼ਰ ਐਵੇਂ ਉੱਡੀ ਫਿਰੂਗੀ ਪੂਰੇ ਪੇਜ ਦੇ ਵਿੱਚ, ਜਿਹੜੀ ਮੇਨ ਚੀਜ਼ ਆਪਾਂ ਕੀ ਕਰਾਂਗੇ, ਉਹਨੂੰ ਰੀਡ ਕਰ ਲਾਂਗੇ, ਠੀਕ ਹੈ ਜੀ। ਤਾਂ ਇਸ ਤਰ੍ਹਾਂ ਪੰਛੀ ਝਾਤ ਹੈ, ਇਹਨੂੰ ਸਕਿਮਿੰਗ ਕਿਹਾ ਜਾਂਦਾ ਹੈ। ਇਹ ਚੀਜ਼ ਨੂੰ ਧਿਆਨ ਦੇ ਵਿੱਚ ਜ਼ਰੂਰ ਰੱਖਿਓ, ਇਹ ਸਥੂਲ ਵਾਚਨ ਦਾ ਹਿੱਸਾ ਹੋ ਸਕਦੀ ਹੈ। ਇਸ ਤੋਂ ਬਿਨਾਂ ਸੁਸਤ ਸ਼ਬਦ ਭੰਡਾਰ, ਸੁਸਤ ਸ਼ਬਦ ਭੰਡਾਰ ਦੇ ਵਿੱਚ ਮਤਲਬ ਕਿ ਪੈਸਿਵ ਵੋਕੈਬਲਰੀ ਕਹਿ ਸਕਦੇ ਹਾਂ ਆਪਾਂ। ਇਹਦਾ ਮੀਨਿੰਗ ਇਹ ਹੈ ਕਿ ਜਦੋਂ ਆਪਾਂ ਕੋਈ ਲੇਖ ਪੜ੍ਹਿਆ, ਮੰਨ ਕੇ ਚੱਲੋ ਮੈਂ ਕੋਈ ਕਿਤਾਬ ਪੜ੍ਹੀ ਸਾਹਿਤ ਨਾਲ ਸੰਬੰਧਿਤ, ਤਾਂ ਉਹ ਕਿਤਾਬ ਦੇ ਵਿੱਚ ਕੁਝ ਸ਼ਬਦ ਅਜਿਹੇ ਵੀ ਆਏ ਹੋਣਗੇ ਜਿਨ੍ਹਾਂ ਨੂੰ ਮੈਂ ਡੇਲੀ ਜ਼ਿੰਦਗੀ ਦੇ ਵਿੱਚ ਯੂਜ਼ ਨਹੀਂ ਕਰਨਾ, ਫਿਰ ਵੀ ਉਹ ਮੇਰੇ ਸ਼ਬਦ ਭੰਡਾਰ ਦੇ ਵਿੱਚ ਜੁੜ ਗਏ, ਠੀਕ ਹੈ। ਕੋਈ ਨਵਾਂ ਸ਼ਬਦ ਪੜ੍ਹ ਲਿਆ, ਮੈਂ ਉਹਨੂੰ ਨਹੀਂ ਯੂਜ਼ ਕਰਨਾ, ਮਤਲਬ ਉਹਦੀ ਵਰਤੋਂ ਚਾਹੇ ਮੈਂ ਨਾ ਕਰਾਂ, ਪਰ ਉਹ ਮੇਰੇ ਸ਼ਬਦ ਭੰਡਾਰ ਦੇ ਵਿੱਚ ਜੁੜ ਗਏ, ਮਤਲਬ ਮੇਰੀ ਸ਼ਬਦਾਵਲੀ ਵੱਧ ਗਈ, ਜਿਹੜਾ ਮੇਰਾ ਸ਼ਬਦ ਭੰਡਾਰ ਸੀ ਉਹ ਵੱਧ ਗਿਆ। ਪਰ ਉਹ ਸੁਸਤ ਹੈ, ਮੈਂ ਉਹਦੀ ਵਰਤੋਂ ਸ਼ਾਇਦ ਕਦੇ ਕਰ ਵੀ ਲਵਾਂ, ਸ਼ਾਇਦ ਨਾ ਕਰਾਂ। ਪਰ ਕੁਝ ਐਕਟਿਵ ਸ਼ਬਦ ਕਿਵੇਂ ਹੁੰਦੇ ਨੇ, ਜਿਵੇਂ ਮਤਲਬ ਕਿ ਬੋਲਣਾ, ਹੈ ਨਾ, ਚੱਲਣਾ, ਵੀ ਕੋਈ ਜਿਵੇਂ ਬੱਚਾ ਸਿੱਖਦਾ ਵੀ ਪਾਣੀ, ਰੋਟੀ, ਇਹ ਐਕਟਿਵ ਸ਼ਬਦ ਨੇ, ਉਹ ਰੋਜ਼ ਵਰਤੂਗਾ, ਠੀਕ ਹੈ ਜੀ। ਇਹ ਚੁਸਤ ਸ਼ਬਦ ਭੰਡਾਰ ਕਹਿ ਸਕਦੇ ਆਪਾਂ। ਅਤੇ ਸੁਸਤ ਸ਼ਬਦ ਭੰਡਾਰ ਜਿਹੜਾ ਇਹ ਸਥੂਲ ਵਾਚਨ ਦਾ ਹਿੱਸਾ ਹੋ ਸਕਦਾ ਹੈ, ਠੀਕ ਹੈ ਜੀ। ਇਸ ਤੋਂ ਬਿਨਾਂ ਕੁਝ ਸਬ ਸਕਿੱਲਸ ਨੇ ਜੀ ਰੀਡਿੰਗ ਦੀਆਂ, ਠੀਕ ਹੈ, ਮਤਲਬ ਕਿ ਇਹ ਇੰਪੋਰਟੈਂਟ ਚੀਜ਼ਾਂ ਨੇ। ਤਾਂ ਇਹਦੀਆਂ ਕਿਹੜੀਆਂ ਹੋ ਸਕਦੀਆਂ ਨੇ, ਜਿਵੇਂ ਕਿ ਪ੍ਰੀਵਿਊ, ਮਤਲਬ ਕਿ ਪੂਰਾ ਦੇਖਣਾ, ਜੇ ਮੰਨ ਕੇ ਚਲੋ PDF 'ਤੇ ਆਉਂਦਾ ਹੁੰਦਾ ਤੁਹਾਨੂੰ ਕਿ ਆਪਾਂ ਕੀ ਕਰਦੇ ਹਾਂ, ਕੋਈ PDF 'ਤੇ ਕਲਿੱਕ ਕਰਿਆ ਤਾਂ ਉਹ ਐਪ ਮੰਗਦੇ ਵੀ ਕਿਹੜੀ ਐਪ 'ਚ ਪ੍ਰੀਵਿਊ ਦੇਖਣਾ ਤੁਸੀਂ ਨੇ, ਤਾਂ ਮਤਲਬ ਪੂਰਾ ਉਹਦਾ ਕੀ ਕਰਨਾ, ਆਪਾਂ ਨੇ ਵਾਚਨ ਕਰਨਾ ਹੈ ਨਾ। ਇਹ ਸਬ ਸਕਿੱਲ ਹੈ ਇਹਦੀ। ਪ੍ਰੈਡਿਕਟਿਵ ਦਾ ਮੀਨਿੰਗ ਇਹ ਹੋ ਸਕਦਾ ਕਿ ਆਪਾਂ ਸੰਭਾਵਨਾ ਲਗਾ ਰਹੇ ਹਾਂ, ਕਹਿੰਦਾ ਆਪਾਂ ਗੈਸ ਕਰ ਰਹੇ ਹਾਂ। ਜੇ ਮੰਨ ਕੇ ਚੱਲੋ ਤੁਸੀਂ ਲੇਖ ਪੜ੍ਹ ਰਹੇ ਹੋ, ਠੀਕ ਹੈ, ਤੁਸੀਂ ਕੀ ਗੈਸ ਕਰ ਰਹੇ ਹੋ ਵੀ ਗੁਰੂ ਨਾਨਕ ਦੇਵ ਜੀ ਦਾ ਪਹਿਲਾਂ ਜਨਮ ਲਿਖਿਆ ਹੈ, ਤੁਸੀਂ ਗੈਸ ਜਿਹਾ ਕਰ ਲਓਗੇ ਵੀ ਇਹਦੇ ਬਾਅਦ ਉਦਾਸੀਆਂ ਵੀ ਲਿਖੀਆਂ ਹੋਣਗੀਆਂ, ਫਿਰ ਤੁਸੀਂ ਮੰਨੋਗੇ ਵੀ ਉਹਦੀਆਂ ਬਾਣੀਆਂ ਬਾਰੇ ਵੀ ਲਿਖਿਆ ਹੋਏਗਾ, ਫਿਰ ਤੁਸੀਂ ਲਾਸਟ ਜਿਹਦੇ 'ਤੇ ਕੀ ਪ੍ਰੈਡਿਕਟ ਕਰੋਗੇ ਵੀ ਇਹਨਾਂ ਦੀ ਜੋਤ ਬਾਰੇ ਵੀ ਲਿਖਿਆ ਹੋਏਗਾ। ਤਾਂ ਇਹ ਕੀ ਹੈ, ਪ੍ਰੈਡਿਕਟਿਵ ਕਹਿ ਸਕਦੇ ਹਾਂ ਰੀਡਿੰਗ ਹੈ। ਮਤਲਬ ਕਿ ਆਪਾਂ ਪਹਿਲਾਂ ਹੀ ਥੋੜ੍ਹਾ ਆਪਣੇ ਮਨ ਵਿੱਚ ਕੀ ਕਰ ਰਹੇ ਹਾਂ, ਗੈਸ ਕਰ ਰਹੇ ਹਾਂ। ਕਾਹਦੇ ਆਧਾਰ 'ਤੇ ਕਰਦੇ ਹਾਂ ਆਪਾਂ, ਜੋ ਨੌਲੇਜ ਆਪਣੇ ਦਿਮਾਗ ਵਿੱਚ ਹੈਗੀ ਹੈ, ਠੀਕ ਹੈ। ਜਿਵੇਂ ਮੰਨ ਕੇ ਚੱਲੋ ਆਪਾਂ ਕਿਤੇ ਜਾ ਰਹੇ ਹਾਂ, ਆਪਾਂ ਘਰ ਤੋਂ ਚੱਲ ਪਏ ਅਤੇ ਆਪਾਂ ਨੇ ਕਿਤੇ ਜਾਣਾ ਹੈ, ਜੇਕਰ ਉਸ ਥਾਂ 'ਤੇ ਆਪਾਂ ਪਹਿਲਾਂ ਗਏ ਹੋਏ ਹਾਂ ਤਾਂ ਆਪਣੇ ਮਨ 'ਚ ਇੱਕ ਦ੍ਰਿਸ਼ ਜਿਹਾ ਬਣੀ ਜਾਊਗਾ ਵੀ ਇਹ ਤੋਂ ਬਾਅਦ ਇਹ ਜਿਹਾ ਮੋੜਾਂਗੇ, ਇਹ ਤੋਂ ਬਾਅਦ ਖੱਬੇ ਜਿਹੇ ਮੁੜਾਂਗੇ, ਸੱਜੇ ਮੁੜਾਂਗੇ, ਮਤਲਬ ਕਿ ਪ੍ਰੈਡਿਕਟਿਵ ਹੈ। ਇਸ ਤੋਂ ਬਿਨਾਂ ਜੀ ਸਕੈਨਿੰਗ ਦੀ ਆਪਾਂ ਗੱਲ ਕਰ ਚੁੱਕੇ ਹਾਂ। ਮੰਨ ਕੇ ਚੱਲੋ ਕੋਈ ਸ਼ਬਦ ਹੈ ਨਾ, ਤੁਹਾਡੇ ਸਾਹਮਣੇ 10 ਵਾਕ ਲਿਖੇ ਪਏ ਨੇ, ਤਾਂ ਉਹਨੂੰ ਕਹਿਤਾ ਵੀ ਇੱਕ ਇਹ ਪ੍ਰਸ਼ਨ ਦਾ ਉੱਤਰ ਲੱਭੋ, ਤੁਸੀਂ ਸਿਰਫ ਉਹ ਉੱਤਰ ਦੇ ਉੱਤੇ ਸਕੈਨ ਕਰੋਗੇ, ਹੈ ਨਾ, ਆਪਣੀ ਨਿਗਾਹ ਨੂੰ, ਠੀਕ ਹੈ, ਸਕੈਨਿੰਗ। ਇਸ ਤੋਂ ਬਿਨਾਂ ਸਕਿਮਿੰਗ ਜਿਹਦਾ ਮੀਨਿੰਗ ਕੀ ਹੈ ਕਿ ਪੰਛੀ ਝਾਤ ਆਪਣੇ ਮੋਟੀ ਜਿਹੀ ਨਜ਼ਰ ਮਾਰਨੀ, ਉਹ ਕੀ ਹੈ, ਸਕਿਮਿੰਗ ਹੈ। ਤਾਂ ਇਸ ਤਰੀਕੇ ਨਾਲ ਆਪਾਂ ਨੇ ਇਹਦੀਆਂ ਜਿਹੜੀਆਂ ਸਬ ਸਕਿੱਲਸ ਨੇ ਇਹਨਾਂ ਨੂੰ ਵੀ ਡਿਸਕਸ ਕਰ ਲਿਆ, ਜੋ ਕਿ ਮੋਸਟ ਇੰਪੋਰਟੈਂਟ ਚੀਜ਼ਾਂ ਬਣ ਜਾਂਦੀਆਂ ਨੇ। ਇਸ ਤੋਂ ਬਾਅਦ ਹੈ ਜੀ ਵਾਚਨ ਅਸ਼ੁੱਧੀਆਂ ਦੇ ਕਾਰਨ। ਕਹਿਣ ਦਾ ਭਾਵ ਕੀ ਹੈ ਕਿ ਜਿਹੜਾ ਕੋਈ ਵੀ ਵਿਅਕਤੀ ਹੈ ਉਹ ਸਹੀ ਨਹੀਂ ਪੜ੍ਹ ਰਿਹਾ, ਠੀਕ ਹੈ, ਮਤਲਬ ਉਹਦਾ ਪੜ੍ਹਨ ਦਾ ਉਚਾਰਨ ਕਹਿ ਲਓ ਸਹੀ ਨਹੀਂ, ਜਾਂ ਫਿਰ ਉਹ ਰੁਕ ਕੇ ਪੜ੍ਹ ਰਿਹਾ ਹੈ, ਜਾਂ ਫਿਰ ਕਿਤੇ ਅਟਕ ਰਿਹਾ ਹੈ, ਕਿਸੇ ਸ਼ਬਦ ਨੂੰ ਉਹ ਛੱਡ ਕੇ ਜਾ ਰਿਹਾ ਹੈ ਨਾ। ਤਾਂ ਕਿਉਂ ਪੜ੍ਹ ਰਿਹਾ ਹੈ, ਇਹਦੇ ਕਾਰਨ ਨੇ ਇਹ ਅਸ਼ੁੱਧੀਆਂ ਕਹਿ ਸਕਦੇ ਆਪਾਂ ਵੀ। ਇਹਦੇ ਕਾਰਨ ਕੀ ਹੋ ਸਕਦੇ ਨੇ, ਹੋ ਸਕਦਾ ਦ੍ਰਿਸ਼ਟੀ ਦੋਸ਼ ਹੋਵੇ, ਵੀ ਉਹ ਮੋਟੇ ਅੱਖਰਾਂ ਨੂੰ ਤਾਂ ਪੜ੍ਹੀ ਜਾ ਰਹੀ ਹੈ, ਬਰੀਕ ਅੱਖਰ ਵਿੱਚ ਆ ਜਾਂਦੇ, ਕੋਈ ਉਹਨੂੰ ਛੱਡ ਜਾਂਦਾ, ਠੀਕ ਹੈ, ਉਹਨੂੰ ਮਤਲਬ ਬਿੰਦੀ ਕੌਮੀ ਨਹੀਂ ਦਿਸ ਰਿਹਾ, ਬਰੀਕ ਚੀਜ਼ਾਂ ਨਹੀਂ ਦਿਸ ਰਹੀਆਂ, ਤਾਂ ਹੋ ਸਕਦਾ ਵੀ ਉਸ ਨੂੰ ਕੋਈ ਦ੍ਰਿਸ਼ਟੀ ਦੋਸ਼ ਹੋਵੇ। ਆਵਾਜ਼ ਦੋਸ਼ ਹੋ ਸਕਦਾ ਵੈਸੇ ਉਹਨੂੰ ਮਤਲਬ ਉਹਦਾ ਅਰਥ ਮਾਈਂਡ ਦੇ ਵਿੱਚ ਬਣ ਰਿਹਾ ਵੀ ਇਹਨੂੰ ਇਹ ਬੋਲਣਾ ਹੈ, ਪਰ ਉਹਦੀ ਆਵਾਜ਼ ਕਈ ਵਾਰ ਤੋਤਲਾਪਣ ਹੋ ਸਕਦਾ ਹੈ। ਕਈ ਵਾਰ ਜਿਵੇਂ ਕੋਈ ਸ਼ਬਦ ਹੈ, ਜਿਵੇਂ ਕਿ ਕਿਸੇ ਨੇ ਬੋਲਣਾ ਹੈ, ਸਾਰ ਸ਼ਬਦ ਬੋਲਣਾ ਕਿਸੇ ਬੱਚੇ ਨੇ, ਠੀਕ ਹੈ ਜੀ,
ਤਾਂ ਹੋ ਸਕਦਾ ਉਹਦੀ ਆਵਾਜ਼ ਦੇ ਵਿੱਚ ਦੋਸ਼ ਹੋਵੇ, ਉਹਨੂੰ ਪਤਾ ਲੱਗ ਗਿਆ, ਮਨ ਦੇ ਵਿੱਚ ਉਹਨੇ ਧੁਨੀ ਦਾ ਉਚਾਰਨ ਕਰ ਲਿਆ ਵੀ ਇਹ ਸਾਰ ਹੈ, ਪਰ ਉਹ ਕੀ ਬੋਲੂਗਾ ਸਾਰ ਇੱਦਾਂ, ਮਤਲਬ ਕੀ ਹੈ ਉਹ ਆਵਾਜ਼ ਦੋਸ਼ ਹੋ ਸਕਦਾ ਹੈ। ਇਸ ਤੋਂ ਬਿਨਾਂ ਪਾਠ ਸਮੱਗਰੀ ਹੈ ਜਿਹੜੀ ਉਹ ਕੀ ਹੋ ਸਕਦੀ ਅਸਪਸ਼ਟ ਹੋ ਸਕਦੀ ਹੈ, ਹੋ ਸਕਦਾ ਉਹਦੇ ਵਿੱਚ ਚੰਗੇ ਤਰੀਕੇ ਨਾਲ ਲਿਖਿਆ ਹੋਵੇ, ਉਹਨੂੰ ਸਮਝ ਹੀ ਨਾ ਆ ਰਿਹਾ ਹੋਵੇ। ਇਸ ਤੋਂ ਬਿਨਾਂ ਉਹ ਔਖੀ ਹੋ ਸਕਦੀ ਹੈ, ਨੀਰਸ ਹੋ ਸਕਦੀ ਹੈ, ਤਾਂ ਇਹ ਪਾਠ ਸਮੱਗਰੀ ਦੇ ਦੋਸ਼ ਵੀ ਹੋ ਸਕਦੇ। ਤਾਂ ਇਸ ਤਰੀਕੇ ਨਾਲ ਇਹ ਵੱਖ-ਵੱਖ ਕਾਰਨ ਹੋ ਸਕਦੇ ਨੇ। ਹੋ ਸਕਦਾ ਵੀ ਮੰਨ ਕੇ ਚੱਲੋ ਅਧਿਆਪਕ ਉਹਦੇ ਕੋਲ ਖੜਿਆ, ਵੈਸੇ ਇੱਕ ਤਾਂ ਉਹਨੂੰ ਦ੍ਰਿਸ਼ ਜਿਹਾ ਬਣਾਉਂਦੇ ਮਾਈਂਡ 'ਚ ਕਿ ਇੱਕ ਵਿਦਿਆਰਥੀ ਨੇ ਅਧਿਆਪਕ ਨੇ ਕਿਹਾ ਵੀ ਹਾਂ ਪੜ੍ਹ ਪਾਠ, ਮਤਲਬ ਉਹਦੇ ਕੋਲ ਖੜ੍ਹ ਕੇ ਅਧਿਆਪਕ ਆ ਗਏ। ਕਈ ਵਾਰ ਵੀ ਉਹ ਅਧਿਆਪਕ ਦਾ ਡਰ ਹੁੰਦਾ ਹੈ, ਜਾਂ ਕਹਿ ਲਓ ਵਿਦਿਆਰਥੀ ਦੇ ਮਨ ਵਿੱਚ ਘਬਰਾਹਟ ਹੈ ਵੀ ਜੇ ਮੈਂ ਗਲਤ ਪੜ੍ਹਤਾ ਅਧਿਆਪਕ ਕੁਛ ਕਹਿਣਾ ਦਾ ਵੀ, ਤਾਂ ਉਹਦਾ ਵਾਤਾਵਰਨ ਹੀ ਤਣਾਅ ਭਰਿਆ ਹੋ ਜਾਂਦਾ ਹੈ, ਤਾਂ ਵੀ ਉਹ ਅਸ਼ੁੱਧ ਵਾਚਨ ਕਰ ਸਕਦਾ ਹੈ। ਠੀਕ ਹੈ ਜੀ, ਇਸ ਤਰੀਕੇ ਨਾਲ ਆਪਾਂ ਨੇ ਇਹ ਸਕਿੱਲ ਨੂੰ ਕੰਪਲੀਟ ਕਰ ਲਿਆ। ਅਤੇ ਇਸ ਤੋਂ ਬਾਅਦ ਆਪਾਂ ਇੱਕ ਸਕਿੱਲ ਸਮਝਦੇ ਹਾਂ ਜੀ ਰਾਈਟਿੰਗ ਸਕਿੱਲ, ਯਾਨੀ ਕਿ ਲਿਖਣ ਕੌਸ਼ਲ। ਤਾਂ ਇਹ ਕਾਹਦੇ ਨਾਲ ਸੰਬੰਧਿਤ ਹੈ, ਲਿਖਤੀ ਰੂਪ ਨਾਲ ਸੰਬੰਧਿਤ ਹੈ। ਇਹਦੇ ਤੁਹਾਨੂੰ ਇੱਕ ਕੀਵਰਡ ਦਿੱਤਾ ਸੀ ਗ੍ਰਾਫਿਕ। ਠੀਕ ਹੈ ਜੀ, ਮਤਲਬ ਇਹ ਕੀਵਰਡ ਨੂੰ ਧਿਆਨ ਦੇ ਵਿੱਚ ਰੱਖਿਓ। ਧੁਨੀਆਂ ਨੂੰ ਲਿਖਤੀ ਰੂਪ ਦੇਣਾ, ਮਤਲਬ ਕਿ ਲਿਖ ਦੇਣਾ। ਪਹਿਲਾਂ ਧੁਨੀਆਂ ਦਾ ਸੁਣਨ ਦੇ ਵਿੱਚ ਕੀ ਸੀ, ਪ੍ਰਵਾਇਸ ਕਰਦੇ ਹਾਂ, ਸੁਣਨ ਦੇ ਵਿੱਚ ਕੀ ਸੀ, ਕੋਈ ਧੁਨੀ ਸੀ ਉਹ ਕੰਨ ਦੇ ਵਿੱਚ ਐਂਟਰ ਕਰੀ ਸੀ ਅਤੇ ਉਸਨੇ ਉਸ ਦਾ ਅਰਥ ਸਮਝ ਲਿਆ ਸੀ। ਅਤੇ ਉਸ ਤੋਂ ਬਾਅਦ ਦੂਸਰੀ ਸਕਿੱਲ ਕਿਹੜੀ ਸੀ, ਬੋਲਣਾ, ਉਸਨੇ ਉਚਾਰਨ ਕੀਤਾ ਸੀ, ਧੁਨੀ ਦੀ ਆਵਾਜ਼ ਕੱਢੀ ਸੀ। ਤੀਸਰੀ ਸਕਿੱਲ ਕਿਹੜੀ ਸੀ, ਰੀਡਿੰਗ ਸਕਿੱਲ, ਮਤਲਬ ਉਹਨੇ ਧੁਨੀ ਨੂੰ ਉਹਦੀਆਂ ਅੱਖਾਂ ਦੇ ਥਰੂ ਕੋਈ ਇਨਫੋਰਮੇਸ਼ਨ ਉਹਦੇ ਐਂਟਰ ਹੋਈ ਸੀ ਅੰਦਰ। ਠੀਕ ਹੈ, ਉਹਨੇ ਅੱਖਾਂ ਨਾਲ ਪੜ੍ਹਿਆ ਸੀ। ਠੀਕ ਹੈ, ਪੜ੍ਹਨਾ ਸੀ ਉਹ ਰੀਡਿੰਗ ਸੀ, ਮਤਲਬ ਉੱਚੀ ਪੜ੍ਹਿਆ ਹੋ ਸਕਦਾ ਹੈ, ਮੌਨ ਵੀ ਪਾਠ ਹੋ ਸਕਦਾ ਹੈ ਨਾ, ਤਾਂ ਇੱਦਾਂ। ਅਤੇ ਇਸ ਤੋਂ ਬਿਨਾਂ ਇਹਦੇ 'ਚ ਕੀ ਕਰ ਰਿਹਾ, ਉਹ ਧੁਨੀਆਂ ਨੂੰ ਲਿਖ ਰਿਹਾ। ਠੀਕ ਹੈ, ਕੋਈ ਵੀ ਵਿਅਕਤੀ ਹੈ ਉਹ ਧੁਨੀਆਂ ਨੂੰ ਲਿਖ ਰਿਹਾ, ਤਾਂ ਇਹ ਲਿਖਣ ਕੌਸ਼ਲ ਹੈ। ਧੁਨੀਆਂ ਨੂੰ ਲਿਖਤੀ ਰੂਪ ਦੇਣਾ, ਅੱਖਾਂ ਅਤੇ ਹੱਥਾਂ ਦੀ ਵਰਤੋਂ ਕਰਕੇ ਕੁਝ ਵਿਸ਼ੇਸ਼ ਚਿੰਨ੍ਹ ਬਣਾਉਣਾ, ਉਕੇਰਨਾ, ਮਤਲਬ ਕਿ ਜੇ ਮੈਂ ਇੱਥੇ ਕੁਛ ਲਿਖੂੰਗਾ, ਜਿਵੇਂ ਇੱਕ ਲਿਖਤਾ ਮੈਂ ਸਾ, ਦੇਖੋ ਇਹ ਇੱਕ ਧੁਨੀ ਬੋਲੀ ਮੈਂ ਸਾ ਰ ਇੱਦਾਂ ਹੈ ਨਾ, ਜਾਂ ਇੱਕ ਧੁਨੀ ਬੋਲੀ ਮੈਂ ਮਾ ਰ ਨਾ ਇੱਦਾਂ। ਇਹ ਕੀ ਕੀਤੀਆਂ ਮੈਂ ਧੁਨੀਆਂ ਨੂੰ ਲਿਖਤੀ ਰੂਪ ਦਿੱਤਾ ਹੈ, ਤਾਂ ਲਿਪੀ ਨਾਲ ਸੰਬੰਧਿਤ ਹੈ ਇਹ। ਸਕ੍ਰਿਪਟ, ਇਹਦਾ ਇੱਕ ਤੁਹਾਨੂੰ ਕੀਵਰਡ ਦਿੱਤਾ ਸੀ। ਇਸ ਤੋਂ ਬਿਨਾਂ ਜਿਹੜੀ ਇਹ ਹੈ ਜੀ ਲਿਖਣ ਕੌਸ਼ਲ ਹੈ ਨਾ, ਇਹ ਪ੍ਰਗਟਾਅ ਵਾਲੀ ਵਿਧੀ ਹੈ, ਮਤਲਬ ਕਿ ਤੁਸੀਂ ਕੀ ਕਰ ਰਹੇ ਹੋ, ਆਪਣੀ ਭਾਵਨਾਵਾਂ ਦਾ ਪ੍ਰਗਟਾਅ ਕਰ ਰਹੇ ਹੋ। ਇਹ ਚੀਜ਼ ਨੂੰ ਜ਼ਰੂਰ ਧਿਆਨ ਦੇ 'ਚ ਰੱਖਿਓ। ਇਸ ਤੋਂ ਬਿਨਾਂ ਇੱਕ ਇੱਥੇ ਸ਼ਬਦ ਆਏ ਸਕ੍ਰਿਬਲਿੰਗ, ਇਹਦਾ ਮੀਨਿੰਗ ਹੁੰਦਾ ਕੁਛ ਉਕੇਰਨਾ, ਲਿਖਣਾ। ਕਿਵੇਂ ਕਈ ਵਾਰ ਕੀ ਹੁੰਦਾ ਕਿ ਵਿਦਿਆਰਥੀ ਹੈ ਨਾ, ਕੋਈ ਬੱਚਾ ਹੈ, ਉਹ ਚੌਕ ਚੱਕ ਲਏ ਤਾਂ ਉਹ ਕੰਧ ਦੇ ਉੱਤੇ ਐਂ ਘਾਟੇ ਮਾਟੇ ਜਿਹੇ ਮਾਰਨ ਲੱਗ ਜਾਂਦਾ, ਤਾਂ ਇਹ ਚੀਜ਼ਾਂ ਉਕੇਰਨ ਦੇ ਵਿੱਚ ਆਉਂਦੀਆਂ ਨੇ। ਤਾਂ ਇਹ ਕਾਹਦੇ ਨਾਲ ਸੰਬੰਧਿਤ ਨੇ, ਲਿਖਣ ਕੌਸ਼ਲ ਨਾਲ ਸੰਬੰਧਿਤ ਨੇ। ਇਹ ਚੀਜ਼ ਨੂੰ ਜ਼ਰੂਰ ਧਿਆਨ ਦੇ 'ਚ ਰੱਖਿਓ। ਇਸ ਤੋਂ ਬਿਨਾਂ ਇਹਦੇ ਕੁਝ ਕੀਵਰਡ ਨੇ, ਤੁਹਾਨੂੰ ਉਹ ਯਾਦ ਕਰਾਉਂਦੇ ਹਾਂ, ਜਿਵੇਂ ਕਿ ਬ੍ਰੇਨ ਸਟੋਰਮਿੰਗ। ਠੀਕ ਹੈ, ਜੋ ਲਿਖਣ ਦਾ ਹਿੱਸਾ ਹੋ ਸਕਦਾ ਹੈ। ਕੋਈ ਆਈਡੀਆ ਹੈ ਨਾ, ਕੋਈ ਆਈਡੀਆ ਨੂੰ ਲਿਖ ਰਿਹਾ ਵੀ ਮੈਨੂੰ ਇਹ ਸੂਚਨਾ ਮਿਲੀ ਹੈ, ਮੈਨੂੰ ਇਹ ਜਾਣਕਾਰੀ ਮਿਲੀ ਹੈ, ਕੋਈ ਮੈਨੂੰ ਨਵਾਂ ਆਈਡੀਆ ਆਇਆ, ਤਾਂ ਇਹ ਲਿਖਣ ਕੌਸ਼ਲ ਦੇ ਵਿੱਚ ਆਏਗਾ। ਔਰਗੇਨਾਈਜ਼ ਕਰਨਾ, ਠੀਕ ਹੈ ਜੀ, ਡਰਾਫਟਿੰਗ ਕਰਨੀ, ਡਰਾਫਟ ਕਹਿ ਸਕਦੇ ਹਾਂ, ਤਿਆਰ ਕਰਨਾ, ਐਡਿਟ, ਪਬਲਿਸ਼। ਠੀਕ ਹੈ ਜੀ, ਇਹ ਚੀਜ਼ਾਂ ਲਿਖਣ ਕੌਸ਼ਲ ਦਾ ਹਿੱਸਾ ਨਹੀਂ। ਅਤੇ ਡਰਾਫਟ ਦਾ ਮੀਨਿੰਗ ਤੁਸੀਂ ਫਿਰ ਸਮਝੋਗੇ। ਤੁਸੀਂ ਕਈ ਵਾਰ ਈਮੇਲ ਸੈਂਡ ਕੀਤੀ ਹੋਈ ਹੈ ਕਿਸੇ ਨੂੰ, ਆਪਾਂ ਈਮੇਲ ਟਾਈਪ ਕਰ ਰਹੇ ਹਾਂ, ਟਾਈਪ ਕਰਦੇ ਕਰਦੇ ਆਪਾਂ ਨੂੰ ਕੋਈ ਕੰਮ ਹੋਰ ਯਾਦ ਆ ਗਿਆ, ਆਪਾਂ ਨੇ ਉੱਥੇ ਛੱਡਤੀ, ਜਦੋਂ ਆਪਾਂ ਬੈਕ ਜਾਂਦੇ ਹਾਂ ਤਾਂ ਉਹ ਈਮੇਲ ਆਟੋਮੈਟਿਕਲੀ ਡਰਾਫਟ ਦੇ ਵਿੱਚ ਸੇਵ ਹੋ ਜਾਂਦੀ। ਕਹਿਣ ਦਾ ਭਾਵ ਕੀ ਹੈ, ਉਹ ਹਾਲੇ ਕੱਚਾ ਮੈਸੇਜ ਹੈ ਆਪਣਾ। ਠੀਕ ਹੈ, ਮਤਲਬ ਖਰੜ ਹੈ, ਕੱਚਾ ਮੈਸੇਜ ਤਿਆਰ ਕੀਤਾ ਆਪਾਂ ਨੇ, ਕਿ ਕੀ ਕੀਤਾ ਵੀ ਹਾਲੇ ਲਿਖ ਰਹੇ ਹਾਂ, ਇਹਨੂੰ ਹਾਲੇ ਕੰਪਲੀਟ ਵੀ ਨਹੀਂ ਹੋਈ ਅਤੇ ਨਾ ਹੀ ਇਹ ਵੀ ਆਪਾਂ ਨੇ ਸਟਾਰਟ ਹੀ ਨਹੀਂ ਕੀਤੀ, ਤਾਂ ਆਪਾਂ ਨੇ ਸ਼ੁਰੂ ਕਰ ਲਈ ਸੀ ਪਰ ਹਾਲੇ ਕੰਪਲੀਟ ਨਹੀਂ ਹੋਈ। ਐਡੀਟਿੰਗ ਦਾ ਮੀਨਿੰਗ ਹੁੰਦਾ ਵੀ ਕੁਛ ਕੱਟਣਾ, ਕੁਛ ਜੋੜਨਾ। ਜੇ ਮੰਨ ਕੇ ਚੱਲੋ ਕਈ ਵਾਰ ਵੀ ਪੜ੍ਹਾਉਂਦੇ ਮੈਨੂੰ ਕੀ ਪਤਾ ਲੱਗਿਆ, ਮੈਂ ਇਹ ਤਿਆਰ ਕਰ ਲਈ ਸੀ ਮੰਨ ਕੇ ਚੱਲੋ ਸਲਾਈਡ, ਮੈਨੂੰ ਪੜ੍ਹਾਉਂਦੇ ਪਤਾ ਲੱਗਿਆ ਵੀ ਇੱਥੇ ਇੱਕ ਚੀਜ਼ ਹੋਰ ਲਿਖਣੀ ਸੀ, ਤਾਂ ਮੈਂ ਕੀ ਕਰੂੰਗਾ, ਇੱਥੇ ਤੋਂ ਐਡਿਟ ਕਰੂੰਗਾ ਹੈ ਨਾ, ਤਾਂ ਐਡਿਟ ਕਰਕੇ ਮੈਂ ਇਹਦੇ ਨਾਲ ਕੁਛ ਹੋਰ ਜੋੜ ਦੂੰਗਾ, ਕੋਈ ਚੀਜ਼ ਮੈਂ ਡਿਲੀਟ ਵੀ ਕਰਦਾ ਹੋ ਸਕਦਾ। ਇਹ ਸਭ ਚੀਜ਼ਾਂ ਐਡਿਟ ਦੇ 'ਚ ਆਉਂਦੀਆਂ ਨੇ। ਪਬਲਿਸ਼ ਮੀਨਜ਼ ਕਹਿ ਸਕਦੇ ਹਾਂ ਕਿ ਪ੍ਰਕਾਸ਼ਿਤ ਕਰਨਾ। ਠੀਕ ਹੈ ਜੀ, ਅਤੇ ਇਸ ਤੋਂ ਬਿਨਾਂ ਇਸ ਦੇ ਅਭਿਆਸ ਕੀ ਹੋ ਸਕਦੇ ਨੇ, ਤਾਂ ਲਿਖਣ ਕੌਸ਼ਲ ਨੂੰ ਕਿਵੇਂ ਡਿਵੈਲਪ ਕੀਤਾ ਜਾ ਸਕਦਾ, ਲਿਖਣ ਕੌਸ਼ਲ ਨੂੰ ਕਿਵੇਂ ਬਣਾਇਆ ਜਾ ਸਕਦਾ। ਤਾਂ ਇੱਕ ਮੌਂਟੇਸਰੀ ਵਿਧੀ ਹੈ, ਠੀਕ ਹੈ, ਜੋ ਕਿ ਆਖਦੀ ਹੈ ਕਿ ਲੱਕੜ ਜਾਂ ਗੱਤੇ ਦੇ ਬਣੇ ਹੋਏ ਅੱਖਰ ਉੱਪਰ ਉਂਗਲ ਫੇਰਨਾ। ਕਹਿਣ ਦਾ ਭਾਵ ਕੀ ਹੈ, ਇੱਕ ਇਸ ਤਰ੍ਹਾਂ ਇੱਕ ਗੱਤਾ ਹੈ ਨਾ, ਉਹਦੇ ਵਿੱਚ ਕੀ ਕਰ ਲਿਆ, ਇਸ ਤਰ੍ਹਾਂ ਅੱਖਰ ਕੱਟ ਲਿਆ। ਠੀਕ ਹੈ ਜੀ, ਇਸ ਤਰ੍ਹਾਂ ਅੱਖਰ ਕੱਟਿਆ ਹੋਇਆ, ਮਤਲਬ ਵਿੱਚੋਂ ਕੱਟ ਕੇ ਟੁਕੜਾ ਹੀ ਕੱਢ ਲਿਆ ਵਿੱਚੋਂ। ਤਾਂ ਉਸ ਤੋਂ ਬਾਅਦ ਵਿਦਿਆਰਥੀ ਕੀ ਕਰੂਗਾ, ਇਹਦੇ ਉੱਤੇ ਇੱਦਾਂ ਉਂਗਲ ਫੇਰੂਗਾ ਵਿੱਚ, ਤਾਂ ਉਹਨੂੰ ਫੀਲ ਹੋਊਗਾ ਵੀ ਮੈਂ ਉਰੇ ਤੋਂ ਉਂਗਲ ਨੂੰ ਐਵੇਂ ਮੋੜਨਾ, ਫਿਰ ਐਵੇਂ ਮੋੜਨਾ, ਫਿਰ ਐਂ ਹੇਠਾਂ ਜਾਣਾ, ਐਂ ਕਰਨਾ। ਤਾਂ ਉਹਦੀ ਇਹ ਚੀਜ਼ ਬਾਅਦ ਦੇ ਵਿੱਚ ਕੀ ਹੋ ਜਾਊਗੀ, ਮਨ ਦੇ ਵਿੱਚ ਭਰੀ ਜਾਊਗੀ, ਫਿਰ ਉਹ ਆਟੋਮੈਟਿਕਲੀ ਸਾਫ਼ ਪੇਜ ਦੇ ਉੱਤੇ ਵੀ ਇਸ ਤਰ੍ਹਾਂ ਲਿਖ ਪਾਊਗਾ। ਤਾਂ ਇਸ ਤਰ੍ਹਾਂ ਇਹ ਮੌਂਟੇਸਰੀ ਵਿਧੀ ਆਖਦੀ ਹੈ। ਤਾਂ ਇਹ ਅੱਖਰ ਲਿਖਣ ਲਈ ਇੱਕ ਸਹਾਇਕ ਵਿਧੀ ਹੈ। ਇਸ ਤੋਂ ਬਿਨਾਂ ਜੇਕਰ ਆਪਾਂ ਗੱਲ ਕਰੀਏ ਕਿ ਪੂਰਨਿਆਂ ਉੱਤੇ ਲਿਖਣਾ, ਇਹਦਾ ਮੀਨਿੰਗ ਇਹ ਹੁੰਦਾ ਹੈ ਕਿ ਜਿਵੇਂ ਉਹ ਨਹੀਂ ਹੁੰਦੀ ਸੀ ਵਰਕ ਬੁੱਕ ਜੀ ਹੁੰਦੀ ਸੀ, ਠੀਕ ਹੈ, ਉਹਦੇ ਉੱਤੇ ਕਈ ਵਾਰ ਜਾਂ ਤਾਂ ਇੱਦਾਂ ਡਾਟ ਲਗਾ ਕੇ ਲਿਖਿਆ ਹੁੰਦਾ ਸੀ, ਜਿਵੇਂ ਬੱਚੇ ਨੇ ਰ ਲਿਖਣਾ,
ਤਾਂ ਇੱਦਾਂ ਡਾਟ ਜਿਹੇ ਲੱਗੇ ਹੁੰਦੇ ਸੀ ਐਵੇਂ, ਠੀਕ ਹੈ ਜੀ ਐਂ। ਤਾਂ ਵਿਦਿਆਰਥੀ ਕੀ ਕਰਦਾ ਸੀ, ਉਹਨੂੰ ਪੈਨ ਨਾਲ ਪਹਿਲਾਂ ਇਹ ਡਾਟ ਦੇ ਉੱਤੇ ਫੇਰ ਦਿੰਦਾ ਸੀ, ਫਿਰ ਇਹਨੂੰ ਇੱਦਾਂ ਫੇਰ ਦਿੰਦਾ ਸੀ। ਤਾਂ ਇਹ ਪੂਰਨੇ ਉੱਤੇ ਲਿਖਣਾ, ਇਹਨੂੰ ਇੱਦਾਂ ਵੀ ਕਹਿ ਸਕਦੇ ਵੀ ਪੈਨਸਲ ਚਲਾਉਣੀ ਉੱਪਰ ਦੀ, ਮਤਲਬ ਅਲੱਗ-ਅਲੱਗ ਤਰੀਕੇ ਨਾਲ ਇੱਦਾਂ ਸਵਾਲ ਜਿਹਾ ਬਣ ਸਕਦਾ ਵੀ ਉੱਪਰ ਦੀ ਪੈਨਸਲ ਚਲਾਉਣੀ ਕਿਹੜੀ ਕੌਸ਼ਲ 'ਚ ਆਉਂਦਾ। ਤਾਂ ਇਹ ਕਿਹੜੀ ਕੌਸ਼ਲ 'ਚ ਆਊਗਾ, ਰਾਈਟਿੰਗ ਕੌਸ਼ਲ 'ਚ ਆਊਗਾ, ਮਤਲਬ ਕਿ ਰਾਈਟਿੰਗ ਸਕਿੱਲ ਹੈ ਇਹ, ਠੀਕ ਹੈ, ਲਿਖਣ ਕੌਸ਼ਲ ਹੈ। ਤਾਂ ਪੂਰਨੇ ਉੱਤੇ ਲਿਖਣਾ, ਬਿੰਦੂ ਮਿਲਾਉਣਾ, ਹੋ ਸਕਦਾ ਵੀ ਉਹਨੂੰ ਇੱਦਾਂ ਬਿੰਦੂ ਪਾ ਕੇ ਦੇ ਦਿੱਤੇ ਗਏ ਹੁਣ, ਜਿਵੇਂ ਮੰਨ ਕੇ ਚੱਲੋ ਵੀ ਉਹਨੇ ਕੋਈ ਗਿਣਤੀ ਦਾ ਅੱਖਰ ਲਿਖਣਾ, ਉਹਨੂੰ ਕਹਿਤਾ ਕਿ ਤੂੰ 3 ਲਿਖਣਾ, ਤਾਂ ਉਹਨੂੰ 1 ਡਾਟ ਇੱਥੇ ਲਗਾ ਕੇ ਦੇ ਦਿੱਤਾ, 1 ਡਾਟ ਇੱਥੇ ਲਗਾ ਕੇ ਦੇ ਦਿੱਤਾ ਇੱਦਾਂ, ਠੀਕ ਹੈ, 1 ਡਾਟ ਇੱਥੇ ਲਗਾਤਾ, ਇੱਥੇ ਲਗਾਤਾ, ਇੱਥੇ ਲਗਾਤਾ, ਤਾਂ ਉਹ ਇਹਨਾਂ ਨੂੰ ਮਿਲਾਊਗਾ ਐਵੇਂ, ਤਾਂ ਉਹਦਾ ਇਹ 3 ਬਣ ਗਿਆ। ਤਾਂ ਇਸ ਤਰ੍ਹਾਂ ਅੱਖਰ ਲਿਖਣ ਦਾ ਅਭਿਆਸ ਕੀਤਾ ਜਾ ਸਕਦਾ ਹੈ। ਅਤੇ ਇੱਕ ਗੱਲ ਹੋਰ, ਅੱਖਰਾਂ ਦੀ ਜਿਹੜੀ ਬਣਾਵਟ ਹੈ, ਲਗਾਂ ਹੈ, ਉਹ ਚੀਜ਼ ਬਾਰੇ ਦੱਸਣਾ, ਉਹ ਵੀ ਲਿਖਣ ਕੌਸ਼ਲ ਨੂੰ ਵਿਕਸਿਤ ਕਰਨ ਦਾ ਹੀ ਇੱਕ ਤਰੀਕਾ ਹੈ, ਠੀਕ ਹੈ ਜੀ। ਇਸ ਤੋਂ ਬਿਨਾਂ ਸ਼ਬਦ ਰਚਨਾ, ਵਾਕ ਰਚਨਾ, ਪੈਰ ਰਚਨਾ, ਲੇਖ ਰਚਨਾ, ਭਾਵ ਕੀ ਹੈ ਕਿ ਇਹਦੀ ਇੱਕ ਸੀਰੀਜ਼ ਹੋਵੇ। ਬੱਚੇ ਨੂੰ ਪਹਿਲਾਂ ਅੱਖਰ ਦੀ ਬਣਾਵਟ ਦੱਸੀ ਜਾਵੇ, ਲਗਾਂ ਦੀ ਬਣਾਵਟ ਦੱਸੀ ਜਾਵੇ, ਇਸ ਤੋਂ ਬਾਅਦ ਉਹਨੂੰ ਸ਼ਬਦ ਰਚਨਾ ਦੱਸੀ ਜਾਵੇ ਵੀ ਸ਼ਬਦ ਲਿਖਣਾ ਬੱਚੇ ਇੱਕੋ ਜਿਹੇ ਅੱਖਰ ਪਾਉਣੇ ਨੇ, ਇੰਨੀ ਸਪੇਸ ਛੱਡਣੀ ਹੈ। ਸ਼ਬਦ ਰਚਨਾ ਬਾਰੇ ਦੱਸਿਆ ਜਾਵੇ, ਫਿਰ ਉਹਨੂੰ ਵਾਕ ਰਚਨਾ ਬਾਰੇ ਦੱਸਿਆ ਜਾਵੇ, ਵਾਕ 'ਚ ਇਹ ਚੀਜ਼ ਇੱਥੇ ਕੌਮਾ ਲਾਉਣਾ ਹੈ, ਬਿੰਦੀ ਲਾਉਣੀ ਹੈ, ਡੰਡੀ ਲਗਾਉਣੀ ਹੈ। ਇਸ ਤੋਂ ਬਾਅਦ ਉਹਨੂੰ ਪੈਰਿਆਂ ਦੀ ਜਾਣਕਾਰੀ ਦਿੱਤੀ ਆ ਵੀ ਇੱਥੇ ਲਾਈਨ ਛੱਡ ਕੇ ਅਗਲੇ ਪੈਰਾ ਸ਼ੁਰੂ ਕਰਦੇ। ਲੇਖ ਰਚਨਾ, ਇਹ ਸਭ ਚੀਜ਼ਾਂ ਜਿਹੜੀਆਂ ਮਤਲਬ ਛੋਟੇ ਤੋਂ ਵੱਡੇ ਵੱਲ ਜਾ ਰਹੀਆਂ ਨੇ। ਇਸ ਤੋਂ ਬਾਅਦ ਹੈ ਜੀ ਕੌਸ਼ਲ ਦੇ ਅਭਿਆਸ ਕਿਹੜੇ ਹੋ ਸਕਦੇ ਨੇ, ਮਤਲਬ ਕਿ ਇਸ ਕੌਸ਼ਲ ਨੂੰ ਡਿਵੈਲਪ ਕਿੱਦਾਂ ਕੀਤਾ ਜਾ ਸਕਦਾ, ਜਿਵੇਂ ਆਪਾਂ ਡਿਸਕਸ ਕੀਤਾ ਹੈ। ਮਟੈਂਸਰੀ ਵਿਧੀ ਹੋ ਸਕਦੀ ਹੈ, ਇਸ ਤੋਂ ਬਿਨਾਂ ਲੋਕ ਬੋਲਡ ਲਿਖਤ ਹੋ ਸਕਦੀ ਹੈ, ਮਤਲਬ ਇੰਪੋਰਟੈਂਟ ਚੀਜ਼ ਹੈ ਬੋਲਡ ਲਿਖਤ, ਡਿਕਟੇਸ਼ਨ ਹੈ ਜਿਹੜੀ, ਮਤਲਬ ਇਹ ਆਪਣੀਆਂ ਕਾਫੀ ਜਿਹੜੀਆਂ ਕੌਸ਼ਲਸ ਨੇ ਉਹਨਾਂ ਨੂੰ ਵਿਕਸਿਤ ਕਰਦੀ ਹੈ। ਮਤਲਬ ਇਹ ਇੱਕ ਗੁੱਡ ਪੁਆਇੰਟ ਹੈ ਵੀ ਬੋਲਡ ਲਿਖਤ ਵਾਲਾ, ਠੀਕ ਹੈ ਜੀ। ਵੇਖੋ ਅਤੇ ਕਹੋ ਵਿਧੀ, ਵੇਖੋ ਅਤੇ ਕਹੋ ਵਿਧੀ ਦਾ ਮਤਲਬ ਇਹ ਹੁੰਦਾ ਹੈ ਕਿ ਤੁਸੀਂ ਸ਼ਾਇਦ ਦੇਖਿਆ ਹੋਏਗਾ, ਇੱਕ ਆਪਣੇ ਕੋਲ ਫਲੈਸ਼ ਕਾਰਡ ਬਣੇ ਹੁੰਦੇ ਸੀ, ਉਹਦੇ ਉੱਤੇ ਮੰਨ ਕੇ ਚੱਲੋ ਇੱਥੇ ਭਗਤ ਸਿੰਘ ਦੀ ਇੱਕ ਫੋਟੋ ਲੱਗੀ ਹੋਈ ਹੈ, ਇੱਥੇ ਲਿਖਿਆ ਹੋਇਆ ਹੈ, ਇੱਥੇ ਹੋ ਸਕਦਾ ਵੀ ਲਿਖਿਆ ਪਿਆ ਹੋਵੇ ਉਹਦਾ ਜਨਮ ਕਦੋਂ ਹੋਇਆ, ਮਾਤਾ ਪਿਤਾ ਦਾ ਨਾਂ, ਇੱਦਾਂ ਮਤਲਬ ਫੋਟੋ ਨਾਲ ਕੁਛ ਲਿਖਿਆ ਹੁੰਦਾ ਹੈ, ਠੀਕ ਹੈ। ਤਾਂ ਉੱਥੇ ਤੋਂ ਕੀ ਕਰਦਾ ਹੈ ਵੀ ਅਧਿਆਪਕ ਕੀ ਕਹਿੰਦਾ, ਦੇਖੋ ਬੱਚਿਓ ਇਹ ਭਗਤ ਸਿੰਘ ਦੀ ਫੋਟੋ ਹੈ ਅਤੇ ਇੱਕ ਇਹ ਨਾਮ ਲਿਖਿਆ ਹੋਇਆ ਹੈ। ਮਤਲਬ ਪਹਿਲਾਂ ਤਾਂ ਉਹ ਦੱਸ ਵੀ ਦਿੰਦਾ ਅਧਿਆਪਕ, ਹੈ ਨਾ, ਫੋਟੋ ਨੂੰ ਸਾਹਮਣੇ ਕਰਕੇ ਵੀ ਦੇਖੋ, ਅਤੇ ਬਾਅਦ ਵਿੱਚ ਪੁੱਛਦਾ ਵੀ ਹਾਂ ਦੱਸੋ ਕਿਹਦੀ ਫੋਟੋ, ਮਤਲਬ ਨਾਲੇ ਤਾਂ ਦਿਖਾ ਰਿਹਾ ਨਾਲੇ ਪੁੱਛ ਰਿਹਾ, ਠੀਕ ਹੈ। ਅਤੇ ਉਸ ਤੋਂ ਬਾਅਦ ਉਹਦੇ ਜਿਹੜਾ ਲਿਖਿਆ ਹੋਇਆ ਅਧਿਆਪਕ ਉਹਨੂੰ ਕਹੂਗਾ ਵੀ ਦੇਖੋ ਇਹਦਾ ਇੱਥੇ ਕੀ ਲਿਖਿਆ ਹੋਇਆ, ਨਾਮ ਕੀ ਨਾਂ ਇਹਦਾ, ਮਤਲਬ ਉਂਗਲ ਰੱਖ ਕੇ, ਠੀਕ ਹੈ, ਕਹੂਗਾ ਵੀ ਇਹ ਇੱਥੇ ਨਾਮ ਵੀ ਲਿਖਿਆ ਹੋਇਆ, ਕੀ ਨਾਂ ਲਿਖਿਆ ਹੋਇਆ ਇੱਦਾਂ। ਮਤਲਬ ਇਹ ਇੱਕ ਬੈਸਟ ਵਿਧੀਆਂ ਨੇ, ਠੀਕ ਹੈ, ਮਤਲਬ ਪੋਜ਼ੀਟਿਵ ਚੀਜ਼ਾਂ ਨੇ ਇਹ, ਵੇਖੋ ਦੇ ਕਹੋ ਹੋਇਆ, ਬੋਲ ਲਿਖਤ ਹੋਇਆ, ਇਹਨਾਂ ਨੂੰ ਪੋਜ਼ੀਟਿਵ ਪੁਆਇੰਟ 'ਚ ਗਿਣੇ ਹੋ, ਮਤਲਬ ਇਹ ਆਪਣੀਆਂ ਜਿਹੜੀਆਂ ਕੌਸ਼ਲਸ ਨੇ ਉਹਨਾਂ ਨੂੰ ਡਿਵੈਲਪ ਵਧੀਆ ਤਰੀਕੇ ਨਾਲ ਕਰਦੀਆਂ ਨੇ। ਤਾਂ ਇਹ ਕੌਸ਼ਲ ਸ਼ੁੱਧਤਾ, ਸਪਸ਼ਟਤਾ ਦੀ ਮੰਗ ਕਰਦੀ ਹੈ, ਐਕੂਰੇਸੀ ਦੀ ਮੰਗ ਕਰਦੀ ਹੈ। ਕਹਿਣ ਦਾ ਭਾਵ ਕੀ ਹੈ ਕਿ ਬੋਲਣ ਦੇ ਵਿੱਚ ਥੋੜ੍ਹੀ ਬਹੁਤ ਗਲਤੀ ਜਿਹੀ ਹੋ ਜਾਊਗੀ, ਸਾਹਮਣੇ ਵਾਲਾ ਫਿਰ ਵੀ ਸਮਝ ਜਾਊਗਾ, ਠੀਕ ਹੈ। ਤਾਂ ਪਰ ਜਿਹੜੀ ਇਹ ਚੀਜ਼ ਹੈ ਐਕੂਰੇਸੀ ਦੀ ਮੰਗ ਕਰਦੀ ਹੈ, ਸ਼ੁੱਧਤਾ ਦੀ ਮੰਗ ਕਰਦੀ ਹੈ, ਸਪਸ਼ਟਤਾ ਦੀ ਮੰਗ ਕਰਦੀ ਹੈ। ਮਤਲਬ ਇਸ ਕੌਸ਼ਲ ਦੇ ਵਿੱਚ ਕੀ ਹੋ ਜਾਂਦੇ, ਵਿਅਕਤੀ ਆ ਕੇ ਪਰਫੈਕਟ ਹੋ ਜਾਂਦਾ, ਮਤਲਬ ਇਹ ਕਹਿ ਸਕਦੇ ਆਪਾਂ, ਕਿਉਂਕਿ ਸੁਣਨ ਵਾਲੀ ਕੌਸ਼ਲ ਨੂੰ ਆਪਾਂ ਨੇ ਬੇਸਿਕ ਕੌਸ਼ਲ ਮੰਨਿਆ ਸੀ, ਸੁਣਨਾ ਅਤੇ ਬੋਲਣਾ ਇਹ ਮੁੱਢਲੀਆਂ ਕੌਸ਼ਲਾਂ ਨੇ, ਠੀਕ ਹੈ ਜੀ। ਪਰ ਇਹ ਜਿਹੜੀ ਲਾਸਟ ਆਪਾਂ ਕਹਿ ਸਕਦੇ ਵੀ ਬੱਚੇ ਦੀਆਂ ਬਾਕੀ ਕੌਸ਼ਲਸ ਨੇ ਜਿਹੜੀਆਂ ਉਹ ਵਿਕਸਿਤ ਹੋ ਗਈਆਂ, ਹੁਣ ਉਹਦੇ ਵਿੱਚ ਐਕੂਰੇਸੀ ਆ ਗਈ, ਸਪਸ਼ਟਤਾ ਆ ਗਈ, ਸ਼ੁੱਧਤਾ ਆ ਗਈ। ਨੈਕਸਟ ਹੈ ਜੀ ਪ੍ਰਗਟਾ ਕੌਸ਼ਲ ਹੈ ਇਹ, ਠੀਕ ਹੈ, ਮਤਲਬ ਕਿ ਇਹਦੇ ਨਾਲ ਜਿਹੜੀ ਆਪਣੀ ਇਨਫੋਰਮੇਸ਼ਨ ਹੈ ਉਹ ਬਾਹਰ ਆ ਰਹੀ ਹੈ ਨਾ, ਵੀ ਜਦੋਂ ਆਪਾਂ ਕੁਛ ਲਿਖ ਰਹੇ ਹਾਂ ਆਪਣੇ ਮਨ ਦੀ ਗੱਲ ਕਾਗਜ਼ 'ਤੇ ਆ ਗਈ ਤਾਂ ਉਹਨੂੰ ਕੋਈ ਵੀ ਸਮਝ ਸਕਦਾ ਹੁਣ। ਤਾਂ ਇਹ ਕੀ ਹੈ, ਪ੍ਰੋਡਕਟਿਵ ਹੈ, ਠੀਕ ਹੈ। ਇਸ ਤੋਂ ਬਿਨਾਂ ਐਕਟਿਵ ਹੈ ਅਤੇ ਐਕਸਪ੍ਰੈਸਿਵ, ਮਤਲਬ ਪ੍ਰਗਟਾਅ ਹੋ ਗਿਆ ਹੈ ਨਾ, ਵੀ ਆਪਣੀ ਕੋਈ ਚੀਜ਼ ਹੈ ਉਸ ਨੂੰ ਆਪਾਂ ਐਕਟਿਵਲੀ ਬਾਹਰ ਕਰ ਰਹੇ ਹਾਂ, ਪਰ ਕੁਝ ਪ੍ਰੋਡਿਊਸ ਕਰ ਰਹੇ ਹਾਂ ਆਪਾਂ, ਐਕਸਪ੍ਰੈਸ ਕਰ ਰਹੇ ਹਾਂ, ਇਹ ਚੀਜ਼ਾਂ, ਠੀਕ ਹੈ ਜੀ। ਤਾਂ ਇਹ ਚੀਜ਼ਾਂ ਇਸ ਦੇ ਵਿੱਚ ਸ਼ਾਮਲ ਹੁੰਦੀਆਂ ਨੇ। ਇਸ ਤੋਂ ਬਿਨਾਂ ਇੱਕ ਕੋਡਿੰਗ ਡਿਕੋਡਿੰਗ ਹੁੰਦੀ ਹੈ। ਕਹਿਣ ਦਾ ਭਾਵ ਕੀ ਹੈ ਕਿ ਮੈਂ ਕੋਈ ਖਾਸ ਚੀਜ਼ ਲਿਖਤੀ, ਠੀਕ ਹੈ, ਵੀ ਉਹ ਮੈਨੂੰ ਸਮਝ ਆ ਰਹੀ ਜਾਂ ਫਿਰ ਮੈਂ ਜਿਹੜੇ ਵਾਸਤੇ ਲਿਖੀ ਹੈ ਉਹਨੂੰ ਸਮਝ ਆ ਰਹੀ ਹੈ, ਉਹ ਕੋਡਿੰਗ ਡਿਕੋਡਿੰਗ ਹੋ ਸਕਦੀ ਹੈ, ਠੀਕ ਹੈ ਜੀ। ਉਹ ਵੀ ਇੱਕ ਆਪਾਂ ਕਹਿ ਸਕਦੇ ਹਾਂ ਕਿ ਲਿਖਣ ਕੌਸ਼ਲ ਦਾ ਹਿੱਸਾ ਹੋ ਸਕਦੀ ਹੈ। ਜਿਵੇਂ ਕਿ ਮੰਨ ਕੇ ਲਓ ਡਾਕਟਰ ਹੈ, ਉਹ ਪਰਚੀ ਲਿਖ ਕੇ ਦੇ ਦਿੰਦਾ, ਉਹ ਜਿਹੜਾ ਪਰਚੀ ਨੂੰ ਫੜ ਕੇ ਮੈਡੀਕਲ ਤੱਕ ਲੈ ਕੇ ਜਾਊਗਾ ਉਹਨੂੰ ਸਮਝ ਨਹੀਂ ਆਉਂਦੀ, ਉਹ ਜਾ ਕੇ ਮੈਡੀਕਲ ਵਾਲੇ ਨੂੰ ਫੜਾਊਗਾ ਤਾਂ ਮੈਡੀਕਲ ਵਾਲਾ ਉਹਨੂੰ ਸਮਝ ਲੂਗਾ। ਤਾਂ ਉਹ ਕੀ ਉਹਨਾਂ ਦੇ ਇੱਕ ਖਾਸ ਸ਼ਬਦ ਨੇ ਵੀ ਚਿੰਨ੍ਹ ਨੇ ਜਿਹੜੇ ਉਹਨਾਂ ਨੇ ਲਿਖਤੇ, ਠੀਕ ਹੈ, ਇਹ ਚੀਜ਼ਾਂ ਹੋ ਸਕਦੀਆਂ ਨੇ। ਇਸ ਕੌਸ਼ਲ ਸਮੇਂ ਕੀ ਹੁੰਦਾ ਹੈ ਕਿ ਆਪਣਾ ਜਿਹੜਾ ਕੰਨ ਹੈ, ਹੱਥ ਹੈ, ਦਿਮਾਗ ਹੈ, ਇਹ ਫਾਈਨ ਮੋਟਰ ਸਕਿੱਲਸ ਨੇ ਜਿਹੜੀਆਂ ਆਪਣੀਆਂ ਇਹ ਇਸ ਵਿੱਚ ਸ਼ਾਮਲ ਹੁੰਦੀਆਂ ਨੇ। ਕਹਿਣ ਦਾ ਭਾਵ ਕੀ ਹੈ ਕਿ ਆਪਣੀ ਜਿਹੜੀਆਂ ਇੰਦਰੀਆਂ ਨੇ ਇਹ ਇਹਦੇ ਵਿੱਚ ਸ਼ਾਮਲ ਨੇ। ਮਤਲਬ ਇਹ ਇੱਕ ਐਕਟਿਵ ਸਕਿੱਲ ਕਿਉਂ ਹੈ, ਕਿਉਂਕਿ ਇਹਦੇ ਵਿੱਚ ਆਪਣਾ ਸਰੀਰ ਦੇ ਜ਼ਿਆਦਾ ਇੰਦਰੀਆਂ ਸ਼ਾਮਲ ਨੇ, ਹੱਥ ਵੀ ਸ਼ਾਮਲ ਹੈ, ਕੰਨ ਵੀ ਸ਼ਾਮਲ ਨੇ, ਦਿਮਾਗ ਵੀ ਸ਼ਾਮਲ ਹੈ। ਵੀ ਜਿਵੇਂ ਇੱਥੇ ਤੋਂ ਵੀ ਇਹ 3 ਲਿਖਣਾ ਤਾਂ ਇੱਕ ਹੱਥ ਵੀ ਕੰਮ ਕਰ ਰਿਹਾ, ਦਿਮਾਗ ਵੀ ਕੰਮ ਕਰ ਰਿਹਾ ਵੀ ਕਿੱਥੇ ਤੋਂ ਕੀ ਮੋੜਨਾ ਹੈ ਨਾ, ਵੀ 4 ਲਿਖਣਾ। ਇੱਦਾਂ ਆਪਣਾ ਹੱਥ ਤਾਂ ਕੰਮ ਕਰਦਾ ਹੀ ਸਹੀ, ਕੰਨ ਵੀ ਮੰਨ ਕੇ ਚਲੋ ਅਧਿਆਪਕ ਬੋਲ ਰਿਹਾ ਬੱਚੇ 3 ਲਿਖੋ,
ਤਾਂ ਅਧਿਆਪਕ ਦੀ ਗੱਲ ਸੁਣ ਵੀ ਰਿਹਾ ਹੈ, ਠੀਕ ਹੈ, ਲਿਖ ਵੀ ਰਿਹਾ ਹੈ ਅਤੇ ਦਿਮਾਗ ਦੀ ਵਰਤੋਂ ਕਰ ਰਿਹਾ ਹੈ। ਤਾਂ ਇਹ ਕੀ ਹੈ, ਇੱਕ ਵਧੀਆ ਸਕਿੱਲ ਹੈ ਰਾਈਟਿੰਗ ਸਕਿੱਲ। ਸ਼ਾਇਦ ਤਾਂ ਹੀ ਕਿਹਾ ਜਾਂਦਾ, ਮੈਂ ਤੁਹਾਨੂੰ ਇੱਕ ਇੱਥੇ ਗੱਲ ਹੋਰ ਦੱਸਾਂ ਕੀ ਕਿਹਾ ਜਾਂਦਾ। ਮੰਨ ਕੇ ਚਲੋ ਕੋਈ ਪਾਠ ਹੈ, ਕੀ ਕਿਹਾ ਜਾਂਦਾ ਵੀ ਇਹਨੂੰ ਲਿਖ ਕੇ ਦੇਖੋ। ਮੰਨ ਕੇ ਚਲੋ ਕੋਈ ਸਵਾਲ ਹੈ, ਬੱਚੇ ਨੂੰ ਕੀ ਕਿਹਾ ਜਾਂਦਾ ਵੀ ਇਹਨੂੰ ਲਿਖ ਕੇ ਦੇਖ, ਕਰਕੇ ਦੇਖ, ਲਿਖ ਕੇ ਦੇਖ। ਉਹ ਲਿਖਣ ਨਾਲ ਇਹੀ ਹੈ ਵੀ ਜਦੋਂ ਆਪਣੀਆਂ ਵੱਧ ਇੰਦਰੀਆਂ ਇਹਦੇ ਵਿੱਚ ਸ਼ਾਮਲ ਹੋਣਗੀਆਂ ਤਾਂ ਉਹ ਚੀਜ਼ ਆਪਣੀ ਯਾਦ ਹੋਊਗੀ। ਤਾਂ ਹੀ ਤੁਹਾਨੂੰ ਕਹਿੰਦੇ ਹੁੰਦੇ ਵੀ ਨੋਟਸ ਬਣਾਓ, ਜੋ ਤੁਸੀਂ ਲਿਖੋਗੇ ਆਪਣੇ ਪੈਨ ਨਾਲ ਤਾਂ ਉਹ ਚੀਜ਼ ਤੁਹਾਡੇ ਮਾਈਂਡ ਵਿੱਚ ਜਾਊਗੀ। ਇਸ ਤੋਂ ਬਾਅਦ ਆਪਾਂ ਡਿਸਕਸ ਕਰਦੇ ਹਾਂ ਜੀ ਕੁਝ ਪ੍ਰਸ਼ਨ, ਠੀਕ ਹੈ ਜੀ। ਬੱਚੇ ਵਿੱਚ ਸਭ ਤੋਂ ਪਹਿਲਾਂ ਕਿਹੜੀ ਕੌਸ਼ਲ ਪ੍ਰਫੁੱਲਿਤ ਹੁੰਦੀ ਹੈ? ਤਾਂ ਇਸ ਦਾ ਰਾਈਟ ਆਨਸਰ ਹੋਏਗਾ ਜੀ ਸਭ ਤੋਂ ਪਹਿਲਾਂ, ਮਤਲਬ ਮੁੱਢਲੀ ਕੌਸ਼ਲ ਕਿਹੜੀ ਹੈ ਇਹਦੇ ਵਿੱਚ ਆਪਾਂ ਨੇ ਦੱਸਣਾ ਸੀ, ਤਾਂ ਸੁਣਨ ਕੌਸ਼ਲ, ਠੀਕ ਹੈ ਜੀ। ਸੁਣਨ ਕੌਸ਼ਲ ਹੈ ਜਿਹੜੀ ਇਹ ਸਭ ਤੋਂ ਪਹਿਲਾਂ ਵਿਕਸਿਤ ਹੁੰਦੀ ਹੈ। ਇਹ ਆਪਾਂ ਪਹਿਲਾਂ ਵਾਲੀ ਕਲਾਸ ਦੇ ਵਿੱਚ ਵੀ ਵਿਸਥਾਰ ਦੇ ਵਿੱਚ ਸਮਝ ਚੁੱਕੇ ਹਾਂ। ਇਸ ਤੋਂ ਬਾਅਦ ਹੈ ਜੀ ਹੇਠ ਦਿੱਤਿਆਂ ਵਿੱਚੋਂ ਮੁੱਢਲੀਆਂ ਕੌਸ਼ਲ ਚੁਣੋ, ਮਤਲਬ ਕਿ ਬੇਸਿਕ ਕਿਹੜੀਆਂ ਨੇ। ਤਾਂ ਦੇਖੋ ਜਿਵੇਂ ਤੁਹਾਨੂੰ ਇਹਦੇ ਵਿੱਚ ਦੱਸ ਕੇ ਹਟਿਆ, ਇਹ ਪਹਿਲੀ ਆਪਸ਼ਨ ਨੂੰ ਦੇਖਦੇ ਹਾਂ ਆਪਾਂ, ਲਿਖਣਾ ਪੜ੍ਹਨਾ। ਲਿਖਣਾ ਤਾਂ ਆਪਾਂ ਨੇ ਲਾਸਟ 'ਤੇ ਡਿਸਕਸ ਕੀਤਾ, ਇਟ ਮੀਨ ਦੀ ਆਪਸ਼ਨ ਤਾਂ ਕੱਟ ਗਈ, ਮਤਲਬ ਮੁੱਢਲੀ ਤਾਂ ਹੈ ਨਹੀਂ ਇਹ। ਇਸ ਤੋਂ ਬਿਨਾਂ ਸੁਣਨਾ, ਲਿਖਣਾ, ਇਹਦੇ ਵਿੱਚ ਆ ਗਿਆ ਲਿਖਣਾ ਵੀ ਲਾਸਟ 'ਤੇ, ਇਹ ਆਪਸ਼ਨ ਵੀ ਕੱਟ ਗਈ। ਇਸ ਤੋਂ ਬਿਨਾਂ ਸੁਣਨਾ, ਪੜ੍ਹਨਾ ਤੀਸਰੇ ਨੰਬਰ 'ਤੇ ਡਿਸਕਸ ਕੀਤਾ ਆਪਾਂ ਨੇ। ਸੁਣਨਾ, ਬੋਲਣਾ, ਮਤਲਬ ਇਹ ਪਹਿਲੇ ਅਤੇ ਦੂਸਰੀ ਕੌਸ਼ਲ ਡਿਸਕਸ ਕੀਤੀ ਜਿਹੜੀ ਆਪਾਂ ਨੇ ਉਹ ਚੀਜ਼ ਬਣ ਗਈ। ਮਤਲਬ ਇਹ ਕੀ ਨੇ ਜੀ, ਮੁੱਢਲੀਆਂ ਕੌਸ਼ਲਸ ਨੇ, ਠੀਕ ਹੈ, ਬੇਸਿਕ ਸਕਿੱਲਸ ਇਹਨਾਂ ਨੂੰ ਆਪਾਂ ਕਹਿ ਸਕਦੇ ਹਾਂ। ਨੈਕਸਟ ਹੈ ਜੀ ਭਾਸ਼ਾ ਵਿੱਚ ਨਿਪੁੰਨ ਬਣਨ ਲਈ ਜ਼ਰੂਰੀ ਹੈ। ਕੀ ਚੀਜ਼ ਜ਼ਰੂਰੀ ਹੈ, ਤੁਹਾਨੂੰ ਕੀ ਲੱਗਦਾ ਵੀ ਜੇਕਰ ਭਾਸ਼ਾ ਦੇ ਵਿੱਚ ਨਿਪੁੰਨ ਬਣਨਾ ਹੈ ਤਾਂ ਇਹਦੇ ਲਈ ਭਾਸ਼ਾ ਗ੍ਰਹਿਣ ਕਰਨਾ, ਭਾਸ਼ਾ ਦਾ ਪ੍ਰਗਟਾਵਾ ਜਾਂ ਉਪਰੋਕਤ ਦੋਵੇਂ, ਜਾਂ ਭਾਸ਼ਾ ਅਧਿਆਪਕ ਜ਼ਰੂਰੀ ਹੈ। ਇਹਦੇ ਵਿੱਚ ਸਭ ਤੋਂ ਜ਼ਰੂਰੀ ਚੀਜ਼ ਹੈ ਜਿਹੜੀ ਉਹ ਗ੍ਰਹਿਣ ਕਰਨਾ ਅਤੇ ਪ੍ਰਗਟਾਵਾ ਕਰਨਾ ਹੈ, ਜੋ ਕਿ ਆਪਸ਼ਨ ਤੀਸਰੀ ਬਣੂਗੀ। ਉਪਰੋਕਤ ਦੋਵੇਂ ਚੀਜ਼ਾਂ ਜਿਹੜੀਆਂ ਇਹ ਜ਼ਰੂਰੀ ਨੇ ਜੇਕਰ ਆਪਣੀ ਭਾਸ਼ਾ ਦੇ ਵਿੱਚ ਨਿਪੁੰਨ ਬਣਨਾ ਹੈ। ਇਸ ਤੋਂ ਬਿਨਾਂ ਵੈਸੇ ਇਹਦਾ ਇੱਕ ਆ ਜਾਂ ਆਨਸਰ ਵੀ ਹੋ ਸਕਦੇ। ਨਿਪੁੰਨ ਬਣਨ ਦੇ ਲਈ ਆਪਣੀ ਜਿਹੜੀਆਂ 4 ਸਕਿੱਲਸ ਨੇ, ਹੈ ਨਾ, ਮਤਲਬ ਕਿ ਸੁਣਨਾ, ਬੋਲਣਾ, ਇਸ ਤੋਂ ਬਿਨਾਂ ਪੜ੍ਹਨਾ ਅਤੇ ਲਿਖਣਾ। ਇਹ 4 ਸਕਿੱਲਸ ਜੇਕਰ ਆਪਣੀਆਂ ਕੀ ਹੋ ਜਾਂਦੀਆਂ, ਪਰਫੈਕਟ ਹੋ ਜਾਂਦੇ, ਆਪਾਂ ਇਹਦੇ 'ਚ ਵਧੀਆ ਪਕੜ ਬਣਾ ਲੈਂਦੇ ਹਾਂ, ਤਾਂ ਵੀ ਆਪਾਂ ਭਾਸ਼ਾ ਵਿੱਚ ਨਿਪੁੰਨ ਹੋ ਸਕਦੇ ਹਾਂ। ਜਿਵੇਂ ਕਿ ਆਈਲੈਟਸ ਹੈ, ਉਹਦੇ ਵਿੱਚ ਤੁਸੀਂ ਨੇ ਦੇਖਿਆ ਹੋਏਗਾ ਉਹ ਸਾਰੀਆਂ ਸਕਿੱਲਸ 'ਤੇ ਨੰਬਰ ਮਿਲਦੇ ਨੇ ਵੀ ਰੀਡਿੰਗ ਦੇ ਇੰਨੇ, ਲਿਸਨਿੰਗ ਦੇ ਇੰਨੇ, ਸਪੀਕਿੰਗ ਦੇ ਇੰਨੇ। ਤਾਂ ਉਹ ਚੀਜ਼ਾਂ ਨੇ ਜਿਹੜੀਆਂ ਉਹ ਆਈਲੈਟਸ ਇਹਦੇ ਬੇਸ 'ਤੇ ਹੀ ਤਾਂ ਕਰਾਇਆ ਜਾਂਦਾ, ਇਹਨਾਂ ਸਕਿੱਲਸ ਦੇ ਬੇਸ 'ਤੇ ਹੀ ਕਰਾਇਆ ਜਾਂਦਾ। ਧੁਨੀਆਂ ਨੂੰ ਗ੍ਰਹਿਣ ਕਰਕੇ ਅਰਥ ਸਮਝਣਾ ਕਿਸ ਕੌਸ਼ਲ ਦਾ ਹਿੱਸਾ ਹੈ? ਦੇਖੋ ਇੱਥੇ ਕੀਵਰਡ ਕੰਮ ਆਉਣਗੇ ਤੁਹਾਨੂੰ। ਧੁਨੀਆਂ ਨੂੰ ਗ੍ਰਹਿਣ ਕਰਕੇ, ਮਤਲਬ ਕਿ ਧੁਨੀ ਨੂੰ ਪਹਿਲਾਂ ਉਹਨੇ ਸੁਣਿਆ, ਹੈ ਨਾ, ਵੀ ਕੰਨ ਦੇ ਥਰੂ ਗ੍ਰਹਿਣ ਕੀਤਾ ਹੋ ਸਕਦਾ, ਅਤੇ ਅਰਥ ਸਮਝਣਾ ਕਿਸ ਕੌਸ਼ਲ ਦਾ ਹਿੱਸਾ ਹੈ? ਤਾਂ ਇਹ ਸੁਣਨ ਕੌਸ਼ਲ ਦੇ ਵਿੱਚ ਆ ਗਿਆ। ਧੁਨੀ ਨੂੰ ਗ੍ਰਹਿਣ ਕੀਤਾ, ਮੰਨ ਕੇ ਚੱਲੋ ਮੈਂ ਬੋਲ ਰਿਹਾ, ਇਹ ਧੁਨੀ ਨੂੰ ਤੁਸੀਂ ਗ੍ਰਹਿਣ ਕਰ ਰਹੇ ਹੋ ਅਤੇ ਬਾਅਦ ਵਿੱਚ ਉਹਦਾ ਅਰਥ ਵੀ ਸਮਝ ਰਹੇ ਹੋ, ਤਾਂ ਤੁਸੀਂ ਇਟ ਮੀਨਸ ਸੁਣਨ ਕੌਸ਼ਲ ਦੀ ਵਰਤੋਂ ਕਰ ਰਹੇ ਹੋ, ਠੀਕ ਹੈ ਜੀ। ਇਸ ਤੋਂ ਬਾਅਦ ਹੈ ਜੀ ਨੈਕਸਟ, ਭਾਸ਼ਾ ਕੁਸ਼ਲਤਾਵਾਂ ਦੀ ਸਹੀ ਤਰਤੀਬ ਕੀ ਹੈ? ਇੰਪੋਰਟੈਂਟ ਕੁਐਸਚਨ ਹੈ, ਵਧੀਆ ਕੁਐਸਚਨ ਹੈ। ਤਾਂ ਦੇਖੋ ਜੀ ਸਭ ਤੋਂ ਪਹਿਲਾਂ ਇਹਨੂੰ ਆਪਾਂ ਲਿਖ ਲੈਂਦੇ ਹਾਂ। ਸਭ ਤੋਂ ਪਹਿਲਾਂ ਆਉਂਦੀ ਹੈ ਜੀ ਸੁਣਨ ਕੌਸ਼ਲ, ਨੰਬਰ 2। ਇਸ ਤੋਂ ਬਾਅਦ ਆਉਂਦੀ ਹੈ ਜੀ ਸੁਣਨ ਤੋਂ ਬਾਅਦ ਆਉਂਦੀ ਹੈ ਮੌਖਿਕ ਕੌਸ਼ਲ, ਮਤਲਬ ਕਿ ਬੋਲ ਚਾਲ ਕੌਸ਼ਲ ਕਹਿ ਸਕਦੇ, ਮੌਖਿਕ ਦਾ ਦੂਸਰਾ ਨਾਂ। ਇਸ ਤੋਂ ਬਾਅਦ ਆਉਂਦੀ ਹੈ ਜੀ ਆਪਣੇ ਕੋਲ ਵਾਚਨ ਕੌਸ਼ਲ, ਠੀਕ ਹੈ ਜੀ, ਪੜ੍ਹਨ ਕੌਸ਼ਲ ਕਹਿੰਦੇ ਜਿਹਨੂੰ ਆਪਾਂ। ਇਸ ਤੋਂ ਬਾਅਦ ਲਿਖਣ ਕੌਸ਼ਲ। ਤਾਂ ਕੁੱਲ ਮਿਲਾ ਕੇ 2 4 3 1 ਇਹ ਆਪਸ਼ਨ 4th ਹੈ, ਇਹ ਆਪਣਾ ਰਾਈਟ ਆਨਸਰ ਹੋਏਗਾ। ਇਹ ਇਸ ਦੀ ਇੱਕ ਸਹੀ ਤਰਤੀਬ ਹੈ ਜੀ। ਇਸ ਤੋਂ ਬਾਅਦ ਹੈ ਜੀ ਨੈਕਸਟ ਪ੍ਰਸ਼ਨ। ਤੁਹਾਨੂੰ ਇੱਕ ਗੱਲ ਹੋਰ ਦੱਸ ਦਈਏ ਕਿ ਇਸ ਤੋਂ ਪਹਿਲਾਂ ਸਾਡੀ ਗ੍ਰਾਮਰ ਦੀ ਮੈਰਾਥਨ ਵੀ ਵਧੀਆ ਚੱਲੀ ਸੀ, ਮਤਲਬ ਦੋਸਤਾਂ ਨੇ ਵਧੀਆ ਪਿਆਰ ਦਿੱਤਾ ਸੀ। ਤੁਸੀਂ ਉਹ ਜੇਕਰ ਨਹੀਂ ਦੇਖੀ ਤਾਂ ਡਿਸਕ੍ਰਿਪਸ਼ਨ ਦੇ ਵਿੱਚ ਤੁਹਾਨੂੰ ਲਿੰਕ ਦੇ ਦਾਂਗੇ, ਜਾਂ ਫਿਰ ਤੁਸੀਂ ਆਈ ਬਟਨ 'ਤੇ ਜਾ ਕੇ ਦੇਖ ਸਕਦੇ ਹੋ, ਜਾਂ ਫਿਰ ਕਮੈਂਟ ਦੇ ਵਿੱਚ ਤੁਹਾਨੂੰ ਪਿੰਨ ਕਰ ਦਾਂਗੇ ਉਸਦਾ ਲਿੰਕ। ਉਹਨਾਂ ਮੈਰਾਥਨ ਨੂੰ ਵੀ ਤੁਸੀਂ ਨੇ ਜ਼ਰੂਰ ਦੇਖਣਾ ਹੈ, ਠੀਕ ਹੈ ਜੀ। ਉਹਦੇ ਨਾਲ ਤੁਹਾਡਾ ਵਧੀਆ ਕਾਫੀ ਚੀਜ਼ਾਂ ਕਵਰ ਹੋਣਗੀਆਂ। ਨੈਕਸਟ ਹੈ ਜੀ ਇੱਕ ਪ੍ਰਾਇਮਰੀ, ਇੱਥੇ ਇੱਕ ਆਉਣਾ ਸੀ, ਇੱਕ ਪ੍ਰਾਇਮਰੀ ਅਧਿਆਪਕ ਵਾਚਨ ਕੌਸ਼ਲ ਦੇ ਅਧਿਆਪਨ ਨੂੰ ਸ਼ੁਰੂ ਕਰੇਗਾ, ਮਤਲਬ ਕਿ ਉਹਨੇ ਵਾਚਨ ਕੌਸ਼ਲ ਨੂੰ ਸਟਾਰਟ ਕਰਨਾ ਹੈ। ਕਹਿਣ ਦਾ ਭਾਵ ਕੀ ਹੈ, ਉਹਨੇ ਰੀਡਿੰਗ ਸਕਿੱਲ ਨੂੰ ਡਿਵੈਲਪ ਕਰਨਾ ਸ਼ੁਰੂ ਹੀ ਕਰਨਾ ਹਲੇ। ਤਾਂ ਕਿਵੇਂ ਕਰੂਗਾ? ਵਿਆਕਰਨ ਤੋਂ ਨਹੀਂ, ਇਕੱਲੀ ਵਿਆਕਰਨ ਨਹੀਂ। ਇਹ ਨਹੀਂ ਹੈਗਾ ਬੱਚਾ ਹਲੇ ਸਕੂਲ 'ਚ ਪਹਿਲੇ ਦਿਨ ਆਏ ਉਹਦੇ ਸਾਹਮਣੇ ਜਾ ਕੇ ਵਿਆਕਰਨ ਰੱਖ ਤੋਂ ਲੈ ਵੀ ਪੜ੍ਹ, ਦੇਖ ਵੀ ਕੀ ਹੁੰਦੀਆਂ ਨੇ ਵਿਆਕਰਨ ਦੀਆਂ ਸ਼ਬਦ ਸ਼੍ਰੇਣੀਆਂ, ਇੱਦਾਂ ਨਹੀਂ ਉਹਨੂੰ ਕਹਿ ਸਕਦੇ। ਸਿਰਫ ਪਾਠ ਪੁਸਤਕ ਤੋਂ ਨਾ, ਸਿਰਫ ਪਾਠ ਪੁਸਤਕ ਵੀ ਨੈਗੇਟਿਵ ਪੁਆਇੰਟ ਜਾ ਵਗ ਜਾਂਦੇ, ਠੀਕ ਹੈ। ਮਤਲਬ ਸਿਰਫ ਵਾਲਾ ਬਹੁਤ ਘੱਟ ਆਪਸ਼ਨ ਜਿਹੜੀ ਉਹ ਹੁੰਦੀ ਹੈ, ਕਿਉਂਕਿ ਸਿਰਫ ਕੀ ਹੈ, ਮਤਲਬ ਆਪਣਾ ਮਨ ਹੈ ਜਿਹੜਾ ਉਹਨੂੰ ਇੱਕ ਥਾਂ 'ਤੇ ਆਪਾਂ ਫਿਕਸ ਜਾ ਕਰ ਰਹੇ ਹਾਂ। ਮਤਲਬ ਸਿਰਫ ਸ਼ਬਦ ਨੈਗੇਟਿਵ ਕਿਉਂ ਹੈ? ਕਿਉਂਕਿ ਇਹਦੇ ਵਿੱਚ ਕੀ ਹੈ, ਆਪਾਂ ਵੀ ਇੱਕ ਚੀਜ਼ 'ਤੇ ਫੋਕਸ ਕਰ ਰਹੇ ਹਾਂ। ਤਾਂ ਬੱਚੇ ਨੂੰ ਤਾਂ ਆਪਾਂ ਨੇ ਬਹੁ ਪੱਖੀ ਸਿੱਖਿਆ ਦੇਣੀ, ਆਲੇ ਦੁਆਲੇ ਸਾਰੀਆਂ ਸਕਿੱਲਾਂ ਡਿਵੈਲਪ ਕਰਨੀਆਂ ਨੇ, ਠੀਕ ਹੈ। ਤਾਂ ਆਪਾਂ ਸਿਰਫ ਪਾਠ ਪੁਸਤਕ ਦੀ ਵੀ ਨਹੀਂ ਵਰਤੋਂ ਕਰ ਸਕਦੇ, ਕਹਾਣੀ ਤੋਂ ਵੀ ਨਹੀਂ ਸ਼ੁਰੂ ਕਰ ਸਕਦੇ, ਤਸਵੀਰ
ਕਹਾਣੀ ਤੋਂ ਸ਼ੁਰੂ ਕਰ ਸਕਦੇ ਹਾਂ। ਠੀਕ ਹੈ, ਜਿਵੇਂ ਤੁਹਾਨੂੰ ਭਗਤ ਸਿੰਘ ਵਾਲੀ ਉਦਾਹਰਨ ਦਿੱਤੀ ਸੀ ਤਾਂ ਤਸਵੀਰ ਦਿਖਾ ਕੇ ਸ਼ੁਰੂ ਕਰ ਸਕਦੇ। ਵੇਖੋ ਤੇ ਕਹੋ ਵਾਲੀ ਵਿਧੀ ਇੱਥੇ ਅਪਲਾਈ ਹੋ ਸਕਦੀ ਹੈ ਵੀ ਬੱਚਾ ਆਏ ਉਹਨੂੰ ਵਿਦਿਆਰਥੀ ਨੂੰ ਕੀ ਕਰੂਗਾ ਅਧਿਆਪਕ ਪਹਿਲਾਂ ਤਸਵੀਰ ਦਿਖਾਊਗਾ ਫਿਰ ਉਹ 'ਤੇ ਲਿਖੇ ਹੋਏ ਨੂੰ ਪੜ੍ਹਾਊਗਾ। ਇੱਦਾਂ ਵਾਚਨ ਕੌਸ਼ਲ ਨੂੰ ਉਹ ਸ਼ੁਰੂ ਕਰੇਗਾ, ਵਾਚਨ ਕੌਸ਼ਲ ਦਾ ਅਧਿਆਪਨ ਸ਼ੁਰੂ ਕਰੇਗਾ। ਅਤੇ ਇਸ ਤੋਂ ਬਿਨਾਂ ਜੇਕਰ ਆਪਾਂ ਗੱਲ ਕਰੀਏ ਕਹਾਣੀ ਵਾਲਾ ਜਿਹੜਾ ਉਹ ਕਿਉਂ ਨਹੀਂ ਹੋ ਸਕਦਾ, ਕਿਉਂਕਿ ਕਹਾਣੀ ਜਦੋਂ ਉਹ ਬੋਲ ਰਿਹਾ ਸੁਣਾ ਰਿਹਾ ਤਾਂ ਉਹ ਉਹਦੀ ਬੋਲਣ ਵਾਲੀ ਜਿਹੜੀ ਕੌਸ਼ਲ ਹੈ ਉਸ ਨੂੰ ਡਿਵੈਲਪ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਤਾਂ ਇਹਦੇ ਵਿੱਚ ਤਸਵੀਰ ਨਾਲ ਬੱਚਾ ਦੇਖੂਗਾ ਵੀ ਉਹਦੇ ਤੋਂ ਪੜ੍ਹੂਗਾ ਵੀ ਕੁਛ। ਠੀਕ ਹੈ ਜੀ, ਨੈਕਸਟ ਹੈ ਜੀ ਸੁਣਨਾ ਹੈ। ਸੁਣਨਾ ਕੀ ਹੈ? ਪ੍ਰਗਟਾਅ ਕੌਸ਼ਲ ਹੈ, ਮੌਖਿਕ ਕੌਸ਼ਲ ਹੈ, ਗ੍ਰਹਿਣ ਕੌਸ਼ਲ ਹੈ ਜਾਂ ਉਪਰੋਕਤ ਕੋਈ ਨਹੀਂ। ਇਹ ਤਾਂ ਆਪਾਂ ਨੇ ਸ਼ੁਰੂ ਦੇ ਵਿੱਚ ਡਿਸਕਸ ਕੀਤਾ ਸੀ ਕਿ ਇਹਦੇ ਨਾਲ ਆਪਾਂ ਕੀ ਕਰ ਰਹੇ ਹਾਂ, ਕੁਛ ਚੀਜ਼ਾਂ ਨੂੰ ਗ੍ਰਹਿਣ ਕਰ ਰਹੇ ਹਾਂ। ਇੱਕ ਤੁਹਾਨੂੰ ਸਲਾਈਡ ਅਸੀਂ ਹੋਰ ਦਿਖਾਉਂਦੇ ਹਾਂ, ਉਹਨੂੰ ਇੱਕ ਵਾਰ ਲਾਸਟ 'ਤੇ ਥੋੜ੍ਹੀ ਜਿਹੀ ਰਿਵੀਜ਼ਨ ਹੋ ਜੂਗੀ ਆਪਣੀ। ਵਧੀਆ ਚੀਜ਼ ਹੈ ਉਹ। ਠੀਕ ਹੈ ਜੀ, ਜਿਵੇਂ ਕਿ ਇਹ ਦੇਖੋ ਇੱਥੇ ਕੀ ਸੀ ਜੀ, ਦੇਖੋ ਆਪਾਂ ਨੇ ਇਹਦਾ ਇੱਕ ਪੂਰਾ ਇੱਦਾਂ ਚਾਰਟ ਬਣਾਇਆ ਸੀ ਕਿ ਕੀ ਹੈ ਜਿਹੜਾ ਭਾਸ਼ਾ ਕੌਸ਼ਲ ਹੈ। ਠੀਕ ਹੈ, ਇਹਦੇ ਦੋ ਹਿੱਸੇ ਨੇ, ਗ੍ਰਹਿਣ ਕਰਨਾ ਅਤੇ ਪ੍ਰਗਟਾਅ ਕਰਨਾ। ਠੀਕ ਹੈ, ਗ੍ਰਹਿਣ ਕਰਨ ਦਾ ਮਤਲਬ ਕੀ ਹੈ, ਰਿਸੀਵ ਕਰਨਾ। ਠੀਕ ਹੈ ਜੀ, ਇੰਗਲਿਸ਼ ਦੇ 'ਚ ਵੀ ਤੁਹਾਨੂੰ ਇੱਦਾਂ ਹੀ ਕੰਮ ਦਊਗਾ ਇਹ, ਰਿਸੀਵ ਕਰਨਾ ਹੈ ਨਾ। ਅਤੇ ਪ੍ਰਗਟਾਅ ਕਹਿ ਸਕਦੇ ਆਪਾਂ ਐਕਸਪ੍ਰੈਸ ਕਰਨਾ ਹੈ ਨਾ, ਜਾਂ ਫਿਰ ਐਕਟਿਵ ਸਕਿੱਲ ਹੈ ਇਹ ਐਕਸਪ੍ਰੈਸ ਕਰਨਾ। ਅਤੇ ਗ੍ਰਹਿਣ ਕਰਨਾ ਦੇ ਵਿੱਚ ਕੀ ਕੀ ਆਊਗਾ, ਸੁਣ ਕੇ ਜਾਂ ਪੜ੍ਹ ਕੇ। ਅਤੇ ਪ੍ਰਗਟਾਅ ਦੇ ਵਿੱਚ ਕੀ ਆਊਗਾ, ਬੋਲ ਕੇ ਜਾਂ ਲਿਖ ਕੇ। ਆਪਾਂ ਨੂੰ ਸਵਾਲ ਦੇ ਵਿੱਚ ਪੁੱਛਿਆ ਹੁਣ ਇਹਨਾਂ ਨੇ ਸੁਣ ਕੇ। ਠੀਕ ਹੈ, ਤਾਂ ਸੁਣਨਾ ਕੀ ਇੱਕ ਗ੍ਰਹਿਣ ਕਰਨਾ ਕੌਸ਼ਲ ਦਾ ਇੱਕ ਹਿੱਸਾ ਹੈ। ਇਹਦਾ ਸਕਰੀਨਸ਼ਾਟ ਲੈ ਕੇ ਰੱਖ ਲਓ। ਠੀਕ ਹੈ ਜੀ, ਨੈਕਸਟ ਹੈ ਆਪਾਂ ਪ੍ਰਸ਼ਨ ਦੇਖਦੇ ਹਾਂ ਕਿੱਥੇ ਪਹੁੰਚ ਰਹੇ ਸੀ। ਇਹ ਦੇਖੋ ਜੀ, ਸੁਣਨਾ ਹੈ। ਸੁਣਨਾ ਕੀ ਹੈ, ਇੱਕ ਗ੍ਰਹਿਣ ਕੌਸ਼ਲ ਹੈ, ਮਤਲਬ ਕਿ ਇਹਦੇ ਨਾਲ ਇਨਫੋਰਮੇਸ਼ਨ ਆਪਣੇ ਅੰਦਰ ਜਾ ਰਹੀ ਹੈ। ਠੀਕ ਹੈ, ਸੁਣਨਾ ਕੀ ਇੱਕ ਗ੍ਰਹਿਣ ਕੌਸ਼ਲ ਹੈ, ਇਹ ਇਹਦਾ ਰਾਈਟ ਆਨਸਰ ਹੋ ਜਾਏਗਾ। ਇਸ ਤੋਂ ਬਾਅਦ ਦੇਖੋ ਜੀ ਵਧੀਆ ਜੀ ਪ੍ਰਸ਼ਨ ਆ ਗਈ, ਸ਼ਬਦ ਸਕੈਨਿੰਗ ਅਤੇ ਪੰਛੀ ਝਾਤ ਕਿਸ ਕੌਸ਼ਲ ਵਿੱਚ ਸ਼ਾਮਲ ਹਨ। ਠੀਕ ਹੈ, ਜਾਂ ਤਾਂ ਕਿਸ ਕੌਸ਼ਲ ਦੇ ਵਿੱਚ ਸ਼ਾਮਲ ਨੇ ਇਹ ਆਪਾਂ ਨੇ ਦੱਸਣਾ। ਤਾਂ ਇਹ ਕਿਹੜੇ ਕੌਸ਼ਲ ਦੇ ਵਿੱਚ ਸ਼ਾਮਲ ਨੇ ਜੀ, ਤੁਸੀਂ ਇਹਦਾ ਆਈਡੀਆ ਵੀ ਲਗਾ ਸਕਦੇ ਹੋ। ਦੇਖੋ ਸਕੈਨਿੰਗ ਮਤਲਬ ਆਪਾਂ ਸ਼ਬਦਾਂ ਨੂੰ ਰੀਡ ਕਰ ਰਹੇ ਹਾਂ, ਪੰਛੀ ਝਾਤ ਵੀ ਰੀਡਿੰਗ ਨਾਲ ਰਿਲੇਟਡ ਸੀ। ਤਾਂ ਇਟ ਮੀਨ ਜੇ ਰੀਡਿੰਗ ਮੀਨਸ ਵਾਚਨ, ਤਾਂ ਇਹ ਕਾਹਦੇ ਨਾਲ ਸੰਬੰਧਿਤ ਨੇ ਜੀ, ਵਾਚਨ ਕੌਸ਼ਲ ਦੇ ਨਾਲ ਸੰਬੰਧਿਤ ਨੇ, ਇਸ ਕੌਸ਼ਲ ਦੇ ਵਿੱਚ ਇਹ ਸ਼ਾਮਲ ਨੇ। ਤਾਂ ਦੋਸਤੋ ਜੇਕਰ ਤੁਸੀਂ ਕਲਾਸ ਨੂੰ ਵਧੀਆ ਤਰੀਕੇ ਨਾਲ ਸਮਝੇ ਹੈ ਤਾਂ ਇਹ ਇੱਕ ਪ੍ਰਸ਼ਨ ਅਸੀਂ ਤੁਹਾਡੇ ਲਈ ਹੋਮਵਰਕ ਦੇ ਰੂਪ ਵਿੱਚ ਛੱਡ ਕੇ ਜਾ ਰਹੇ ਹਾਂ। ਉਕੇਰਨਾ ਯਾਨੀ ਕਿ ਸਕ੍ਰਿਬਲਿੰਗ ਅਤੇ ਖਰੜਾ ਤਿਆਰ ਕਰਨਾ, ਡਰਾਫਟ। ਠੀਕ ਹੈ, ਅਤੇ ਸੰਪਾਦਨ ਐਡਿਟ ਕਿਸ ਕੌਸ਼ਲ ਦਾ ਹਿੱਸਾ ਹਨ। ਲਿਖਣ, ਸੁਣਨ, ਵਾਚਨ, ਮੌਖਿਕ। ਇਹਦੇ ਵਿੱਚੋਂ ਜੋ ਰਾਈਟ ਆਨਸਰ ਹੈ ਤੁਸੀਂ ਕਮੈਂਟ ਬਾਕਸ ਦੇ ਵਿੱਚ ਦੱਸਣ ਦੀ ਕੋਸ਼ਿਸ਼ ਕਰੋਗੇ। ਇਸ ਸਵਾਲ ਦਾ ਜਵਾਬ ਜੇਕਰ ਤੁਹਾਨੂੰ ਆਉਣ ਲੱਗੇ ਇਟ ਮੀਨ ਤੁਸੀਂ ਨੇ ਕਲਾਸ ਨੂੰ ਵਧੀਆ ਤਰੀਕੇ ਨਾਲ ਸਮਝੀ ਹੈ ਅਤੇ ਇੰਜੋਏ ਕੀਤਾ ਹੈ, ਕੁਝ ਚੰਗਾ ਸਿੱਖਿਆ ਹੈ। ਤਾਂ ਇਹ ਕਲਾਸ ਇੱਥੋਂ ਤੱਕ ਦੇਖਣ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ।